ਆਲੋਚਨਾ ਤਾਂ ਉਦੋਂ ਹੀ ਸ਼ੁਰੂ ਹੋ ਜਾਂਦੀ ਹੈ ਜਦੋਂ ਬੰਦਾ ਕੁਛ ਲਿਖਣ ਲੱਗਦਾ। ਟੀਚਰ ਲੱਗ ਕੇ ਮੈਂ ਪ੍ਰਾਈਵੇਟ ਪੜ੍ਹਨਾ ਸ਼ੁਰੂ ਕਰਤਾ ਅਤੇ ਮੈਂ ਤਕਰੀਬਨ 1.5 ਸਾਲ 'ਚ BA ਕਰ ਲਈ, 6 ਮਹੀਨੇ ਬਾਅਦ BA ਕਰਕੇ। ਮੈਂ ਪ੍ਰਿੰਸੀਪਲ ਦੀ ਜੋਬ ਕਰਕੇ ਕੋਈ ਖੁਸ਼ ਨਹੀਂ ਸੀ ਹੁੰਦਾ, ਕਿਉਂਕਿ ਇਹ ਜੋਬ ਐਸੀ ਹੈ, ਕੰਡਿਆਂ ਦਾ ਤਾਜ ਹੈ। ਕਦੇ ਵਿਦਿਆਰਥੀ ਨਾਰਾਜ਼, ਕਦੇ ਅਧਿਆਪਕ ਨਾਰਾਜ਼, ਕਦੇ ਇਲਾਕਾ ਨਾਰਾਜ਼। ਦੇਖੋ, ਜਿਹੜੇ ਵੱਡੇ ਸਿਧਾਂਤ ਹੁੰਦੇ ਨੇ ਉਹ ਕਦੇ ਵੀ ਸਥਾਨਕ ਇਲਾਕੇ ਵਿੱਚ ਕੈਦ ਨਹੀਂ ਕੀਤੇ ਜਾ ਸਕਦੇ। ਰਾਜ਼ੀ ਬਹੁਤ ਰਹਿੰਦੇ ਮੁਸਲਮਾਨ ਹਿੰਦੂ, ਸਿਰ ਦੋਹਾਂ ਦੇ ਨਵੀਂ ਆਫਤ ਆਈ। ਸ਼ਾਹ ਮੁਹੰਮਦਾ ਵਿੱਚ ਪੰਜਾਬ ਦੇ ਜੀ ਕਦੇ ਨਹੀਂ ਸੀ ਤੀਸਰੀ ਜਾਤ। ਕਹਿਣ ਦਾ ਮਤਲਬ ਹਰੇਕ ਧਰਮ ਦੇ ਵਿੱਚ ਚੰਗਿਆਈਆਂ ਵੀ ਨੇ, ਕਮਜ਼ੋਰੀਆਂ ਵੀ ਨੇ, ਔਰ ਬਹੁਤੀਆਂ ਕਮਜ਼ੋਰੀਆਂ ਧਰਮ ਨਾਲੋਂ ਧਰਮ ਦੇ ਪੈਰੋਕਾਰਾਂ 'ਚ ਜ਼ਿਆਦਾ ਹੁੰਦੀਆਂ। 20-50 ਸਾਲ ਪਹਿਲਾਂ ਜਦੋਂ ਮੈਂ ਬਿਮਾਰ ਹੁੰਦਾ ਸੀ, ਮੇਰੀ ਮਾਂ ਫੜ ਕੇ ਸੰਤਾਂ ਦੇ ਡੇਰੇ ਲੈ ਜਾਂਦੀ ਸੀ, ਤੇਰਾ ਪੁੱਤ ਹੱਥ ਹੌਲਾ ਕਰਾ ਕੇ ਲਿਆਉਣਾ। ਉਹਨੂੰ ਪੁੱਛਿਆ ਵੀ ਭਾਈ ਜੱਥਾ, ਬਾਕੀ ਸਿੱਖ ਕਿੱਥੇ ਸੀ, ਤੂੰ ਇਕੱਲਾ ਹੀ ਆ ਰਿਹਾ? ਕਹਿੰਦਾ ਜੀ ਕਿਹੜੇ ਸਿੱਖ? ਸਾਰੇ ਦੌੜ ਗਏ ਸੀ। ਵੀ ਸਾਨੂੰ 250 ਸਾਲ ਹੋ ਗਏ, ਮਾਲਾ ਫੇਰ ਨਹੀਂ ਸਿਖਾਈ ਗਿਆ, ਅਸੀਂ ਇਹਨਾਂ ਨੂੰ ਖੜਨ ਵਾਲਾ ਬੰਦਾ ਹੀ ਨਹੀਂ ਕੋਈ। ਡੂੰਘੇ ਵੈਣਾ ਦਾ ਕੀ ਮਿਲਣਾ, ਤਖਤ ਦੇ ਪਾਵੇ ਮਿਣੀਏ, ਜਦ ਤੱਕ ਉਹ ਲਾਸ਼ਾਂ ਗਿਣਦੇ ਨੇ ਆਪਾਂ ਵੋਟਾਂ ਗਿਣੀਏ। ਚੋਣ ਨਿਸ਼ਾਨ ਸਿਵਾ ਹੈ ਸਾਡਾ, ਇਸ ਨੂੰ ਬੁਝਣ ਨਾ ਦੇਈਏ, ਚੁੱਲ੍ਹਿਆਂ ਵਿੱਚੋਂ ਕੱਢ ਕੱਢ ਲੱਕੜਾਂ ਇਸ ਦੀ ਅੱਗ ਵਿੱਚ ਚਿਣੀਏ। ਇੱਕ ਬੱਚਾ ਸਕੂਲੋਂ ਨਾ ਆਵੇ, ਸਾਡੇ ਅੱਥਰੂ ਨਹੀਂ ਸੋਕਦੇ। ਇੱਕ ਬਾਪ ਕਹਿੰਦਾ ਨਹੀਂ, ਹੁਣ ਤੇਰਾ ਪਾਣੀ ਯੁੱਧ ਦੇ ਮੈਦਾਨ 'ਚ ਹੀ ਹੈ। ਉੱਧਰ ਟਿੰਡ ਵਜਾਉਂਦੇ ਆਉਂਦੇ ਹੁੰਦੇ ਸੀ ਵੀ ਜੇ ਕੋਈ ਰਾਹ ਦੇ ਵਿੱਚ ਸੁਨਹਿਰੀ ਜਾਤ ਦਾ ਬੰਦਾ ਆ ਰਿਹਾ ਤਾਂ ਪਰੇ ਹੋ ਜਾਵੇ ਰਾਹ 'ਚੋਂ। ਇਹੋ ਜਿਹੀ ਜਲਾਲਤ ਅਸੀਂ ਇਸ ਦੇਸ਼ ਦੇ ਵਿੱਚ ਝੱਲੀ ਹੈ ਲੋਕਾਂ ਨੇ। ਫਿਰ ਗੁਰੂ ਸਾਹਿਬ ਨੇ ਅਸੀਸ ਦਿੱਤੀ ਆਪਣੇ ਸਿੱਖਾਂ ਨੂੰ, ਜਿਹੜੀ ਵਿੱਦਿਆ ਲੋਕ ਸਾਲਾਂ 'ਚ ਪੜ੍ਹਦੇ ਆ, ਤੁਸੀਂ ਮਹੀਨੇ 'ਚ ਯਾਦ ਕਰੋਗੇ। ਇਹ ਪੰਡਤ ਜਿਨ ਕੋ ਤੁਮ ਸ਼ੂਦਰ ਬਤਰੈ ਹੈ, ਤਿਨ ਕੇ ਪਾਸ ਪੜ੍ਹੇ ਤੁਮ ਜੈ ਹੈ। ਉਹਨਾਂ ਦੇ ਕੋਲੇ ਜਾ ਕੇ ਵੇਦ ਪੜ੍ਹਿਆ ਕਰੋਗੇ। ਹੁਣ ਧਰਮ ਦੀ ਗੱਲ ਮੈਂ ਤੁਹਾਨੂੰ ਕਰਨ ਲੱਗਿਆ ਵੀ ਜੇ ਸਿੱਖ ਧਰਮ ਦੀ ਲੰਗਰ ਦੀ ਪਰੰਪਰਾ ਅੱਜ ਇਤਿਹਾਸ ਦੇ ਪਿੱਛੇ ਨਾ ਖੜੀ ਹੁੰਦੀ, ਸਿੰਘੂ ਬਾਰਡਰ ਤੇ ਟਿਕਰੂ ਬਾਰਡਰ ਕਿਹੜੇ ਕਿਹੜੇ ਬਾਰਡਰ ਨੇ, ਇਹ 3 ਦਿਨ ਨਾ ਕੱਟ ਸਕਦੇ। ਵਿਜ਼ਨ ਪੰਜਾਬ TV ਦੇਖ ਰਹੇ ਸਾਰੇ ਦਰਸ਼ਕਾਂ ਨੂੰ ਕਰਨਵੀਰ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਲੈ ਕੇ ਹਾਜ਼ਰ ਪ੍ਰੋਗਰਾਮ ਸਾਹਿਤ ਦੇ ਸੰਗ। ਜਦੋਂ ਸਾਹਿਤ ਦੀ ਗੱਲ ਹੁੰਦੀ ਹੈ ਤਾਂ ਅਸਲ ਦੇ ਵਿੱਚ ਸਾਹਿਤ ਚੇਤਨਾ ਦੀ ਰੂਹ ਦੀ ਖੁਰਾਕ ਹੈ। ਜਿਵੇਂ ਜਿਵੇਂ ਇਨਸਾਨ ਤਰੱਕੀ ਕਰਦਾ ਗਿਆ, ਵਿਕਾਸ ਕਰਦਾ ਗਿਆ, ਉਸਨੇ ਆਪਣੀਆਂ ਗੱਲਾਂ ਨੂੰ, ਆਪਣੇ ਵਲਵਲਿਆਂ ਨੂੰ ਵੱਖ-ਵੱਖ ਤਰੀਕੇ ਦੇ ਨਾਲ ਪੇਸ਼ ਕਰਨ ਦੇ ਗੁਣ ਸਿੱਖੇ। ਉਹਦੇ ਵਿੱਚ ਭਾਵੇਂ ਕਵਿਤਾ ਹੋਵੇ, ਕਹਾਣੀ ਹੋਵੇ, ਨਾਟਕ ਹੋਵੇ, ਸੋ ਵੱਖ-ਵੱਖ ਵਿਧਾਵਾਂ ਇਕੱਠੀਆਂ ਹੋ ਗਈਆਂ ਤਾਂ ਇਸ ਨੂੰ ਸਾਹਿਤਕ ਰੂਪ ਜਿਹੜਾ ਦਿੱਤਾ ਗਿਆ। ਪਰ ਜੋ ਸਾਹਿਤ ਲਿਖਿਆ ਜਾਂਦਾ ਅਸਲ ਦੇ ਵਿੱਚ ਉਸ ਦੇ ਵਿੱਚ ਸਮਾਜ ਪ੍ਰਤੀ ਕਿੰਨਾ ਕੁ ਸਹੀ ਸੁਨੇਹਾ, ਇਹ ਕਾਫੀ ਜ਼ਿਆਦਾ ਮਾਇਨਾ ਰੱਖਦਾ। ਸੋ ਇਸ ਦੇ ਲਈ ਲੋੜ ਪਈ ਇਸ ਦੀ ਸਮੀਖਿਆ ਦੀ, ਇਸ ਦੀ ਆਲੋਚਨਾ ਦੀ, ਕਿਉਂਕਿ ਆਲੋਚਨਾ ਅਤੇ ਸਮੀਖਿਆ ਸਾਹਿਤ ਨੂੰ, ਕਲਮ ਨੇ ਜੋ ਕੁਝ ਲਿਖਿਆ ਉਸ ਨੂੰ ਸਹੀ ਤਰੀਕੇ ਦੇ ਨਾਲ ਪੇਸ਼ਕਾਰੀ ਕਰਦੀਆਂ। ਜੋ ਉਸ ਵਿੱਚ ਉਣਤਾਈਆਂ ਨੇ ਉਸ ਨੂੰ ਕਿਵੇਂ ਠੀਕ ਕਰਨਾ, ਸਮਾਜ ਲਈ ਕੀ ਚੰਗਾ, ਇਹ ਆਲੋਚਨਾ ਹੀ ਤੈਅ ਕਰਦੀ ਹੈ। ਸੋ ਜੇ ਸਾਹਿਤ ਦੀ ਸਹੀ ਤਰੀਕੇ ਦੇ ਨਾਲ ਆਲੋਚਨਾ ਕੀਤੀ ਜਾਵੇ ਤਾਂ ਉਹ ਸਾਹਿਤ ਦੇ ਲਈ ਇੱਕ ਸਜੀਵੀ ਬੂਟੀ ਦਾ ਕੰਮ ਕਰਦੀ ਹੈ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਜਿਸ ਸ਼ਖਸੀਅਤ ਨਾਲ ਅਸੀਂ ਤੁਹਾਡੀ ਮੁਲਾਕਾਤ ਕਰਾਉਣੀ ਹੈ, ਉਹਨਾਂ ਨੇ ਸਾਹਿਤਕ ਆਲੋਚਨਾ ਦੇ ਖੇਤਰ ਵਿੱਚ ਕਾਫੀ ਜ਼ਿਆਦਾ ਜਿਹੜਾ ਕੰਮ ਕੀਤਾ। 1984 ਵਿੱਚ ਉਹਨਾਂ ਦੇ ਕਲਮ ਦਾ ਸਫ਼ਰ ਹੈ ਜਿਹੜਾ ਸ਼ੁਰੂ ਹੁੰਦਾ ਅਤੇ ਅੱਜ ਲਗਾਤਾਰ ਜਾਰੀ ਹੈ। ਸੋ ਮੈਂ ਗੱਲ ਕਰ ਰਿਹਾ ਸੁਰਜੀਤ ਸਿੰਘ ਭੱਟੀ ਜੀ ਉਹਨਾਂ ਦੀ ਜੇਕਰ ਆਲੋਚਨਾ ਖੇਤਰ ਦੀ ਗੱਲ ਕਰੀਏ ਤਾਂ ਖਾਸ ਤੌਰ 'ਤੇ ਮਾਰਕਸਵਾਦ ਆਲੋਚਨਾ, ਸਿੱਖ ਚਿੰਤਨ ਅਤੇ ਵਿਸ਼ਵੀਕਰਨ ਦੇ ਉੱਤੇ ਜੋ ਰਚਨਾਵਾਂ ਲਿਖੀਆਂ ਨੇ ਉਹਨਾਂ ਬਾਰੇ ਉਹਨਾਂ ਗੱਲਬਾਤ ਕੀਤੀ ਹੈ। ਸੋ ਗੱਲਾਂ ਬਾਤਾਂ ਕਰਾਂਗੇ ਉਹਨਾਂ ਦੀਆਂ ਕਿਤਾਬਾਂ ਦੇ ਬਾਰੇ ਅਤੇ ਹੋਰ ਵਿਸ਼ਿਆਂ ਦੇ। ਸਭ ਤੋਂ ਪਹਿਲਾਂ ਸਵਾਗਤ ਕਰ ਲੈਂਦਾ ਪ੍ਰੋਗਰਾਮ ਸਾਹਿਤ ਦੇ ਸੰਗ ਵਿੱਚ ਸੁਰਜੀਤ ਸਿੰਘ ਭੱਟੀ ਜੀ ਉਹਨਾਂ ਦਾ। ਭੱਟੀ ਸਾਹਿਬ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ, ਅਤੇ ਸਵਾਗਤ ਕਰਦੇ ਹਾਂ ਪ੍ਰੋਗਰਾਮ ਸਾਹਿਤ ਦੇ ਸੰਗ ਵਿੱਚ ਜੀ। ਬਹੁਤ ਧੰਨਵਾਦ ਜੀ, ਤੁਸੀਂ ਐਡੀ ਦੂਰੋਂ ਆਏ ਅਤੇ ਕੁਛ ਵਿਚਾਰ ਸਾਂਝੇ ਕਰਨ ਦਾ ਸਾਨੂੰ ਆਪਣੇ ਲੋਕਾਂ ਨਾਲ, ਜੀ, ਪੰਜਾਬੀਆਂ ਨਾਲ
ਬਾਹਰ ਬੈਠੇ ਪੰਜਾਬੀਆਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਦਾ ਮੌਕਾ ਦਿੱਤਾ। ਮੈਂ ਤੁਹਾਡਾ ਬਹੁਤ ਹੀ ਸ਼ੁਕਰੀਆ ਅਦਾ ਕਰਦਾ। ਪੱਟੀ ਸਾਹਿਬ, ਗੱਲ ਇਹ ਆ ਵੀ ਦੇਖੋ, ਤੁਸੀਂ ਕਿੰਨੀਆਂ ਹੁਣ ਤੱਕ 12 ਦੇ ਕਰੀਬ ਤੁਸੀਂ ਕਿਤਾਬਾਂ ਲਿਖ ਚੁੱਕੇ ਹੋ, ਤਾਂ ਕਈ ਵਾਰ ਹੁੰਦਾ ਵੀ ਕਿਤਾਬਾਂ, ਹਰ ਇੱਕ ਕਿਤਾਬ ਦੀ ਨਾ ਲੇਖਕ ਲਈ ਮਤਲਬ ਬੜੀ ਮਿਹਨਤ ਕਰਕੇ ਆਪਾਂ ਨੂੰ ਲਿਖਣੀ ਪੈਂਦੀ ਹੈ ਵੀ ਆਪਾਂ ਵੱਧ ਤੋਂ ਵੱਧ ਜਿਹੜੀ ਜਾਣਕਾਰੀ ਆ ਉਹ ਪਾਠਕਾਂ ਤੱਕ ਲੈ ਕੇ ਜਾ ਸਕੀ। ਪਰ ਕਈ ਵਾਰ ਹੁੰਦਾ ਕੁਝ ਕਿਤਾਬਾਂ 'ਤੇ ਨਿੱਠ ਕੇ ਗੱਲ ਨਹੀਂ ਕਰ ਹੁੰਦੀ, ਕਿਉਂਕਿ ਅੱਜ ਕੱਲ੍ਹ ਦੇ ਸਮੇਂ 'ਚ ਤੁਹਾਨੂੰ ਪਤਾ ਵੀ ਥੋੜ੍ਹਾ ਜਿਹਾ ਵੀ ਜਿਹੜੇ ਪਾਠਕ ਨੇ ਲੱਗਦਾ ਕਿਤੇ ਨਾ ਕਿਤੇ ਉਹ ਘਟਦੇ ਜਾ ਰਹੇ ਨੇ। ਸ਼ਾਇਦ ਇਹ ਵੀ ਇੱਕ ਸੰਸਾ ਜਿਹੜਾ ਪ੍ਰਗਟ ਕੀਤਾ ਜਾਂਦਾ। ਪਰ ਜਦੋਂ ਆਪਾਂ ਤੁਹਾਡੇ ਵਿਧਾ ਦੀ ਗੱਲ ਕਰਦੇ ਹਾਂ, ਜਿਵੇਂ ਕਵਿਤਾ ਸਭ ਤੋਂ ਜ਼ਿਆਦਾ ਜਿਹੜੀ ਸਾਹਿਤ ਵਿੱਚ ਲਿਖੀ ਜਾਂਦੀ ਹੈ, ਕਿਉਂਕਿ ਇਹਨੂੰ ਗੱਲ ਕਹਿਣਾ ਸੌਖਾ ਹੁੰਦਾ, ਥੋੜ੍ਹੇ ਸ਼ਬਦ 'ਚ ਗੱਲ ਕਹੀ ਜਾਂਦੀ ਹੈ। ਕਹਾਣੀ ਦੀ ਆਪਣੀ ਮਹੱਤਤਾ ਹੈ, ਨਾਟਕ ਦੀ ਆਪਣੀ ਮਹੱਤਤਾ ਹੈ, ਯਾਨੀ ਹਰ ਇੱਕ ਸਾਹਿਤ ਵਿਧਾ ਦੀ ਆਪਣੀ ਆਪਣੀ ਮਹੱਤਤਾ ਹੁੰਦੀ ਹੈ। ਪਰ ਉਹ ਤੋਂ ਬਾਅਦ ਇੱਕ ਪੜਚੋਲ ਕਰਨੀ ਹੁੰਦੀ ਹੈ ਵੀ ਕਿ ਜੋ ਕੁਝ ਲਿਖਿਆ ਗਿਆ ਇਹ ਸਮਾਜ ਦੇ ਲਈ ਇਹ ਸਾਰਥਕ ਹੈ, ਕਿ ਇਸ ਦਾ ਅਸਰ ਜੋ ਲੋਕਾਂ 'ਤੇ ਪੈ ਰਿਹਾ ਕਿ ਉਹ ਸਹੀ ਹੈ। ਤਾਂ ਫਿਰ ਸ਼ੁਰੂ ਹੁੰਦੀ ਹੈ ਆਲੋਚਨਾ ਅਤੇ ਉਹਦੀ ਸਮੀਖਿਆ ਕਰਨੀ ਵੀ ਕਿੰਨਾ ਕੁ ਸਾਹਿਤਕ ਪੱਧਰ 'ਤੇ ਰਚਨਾ ਕਿੰਨੀ ਖਰੀ ਉਤਰਦੀ ਹੈ। ਅਤੇ ਤੁਸੀਂ ਇਸ ਵਿਧਾ ਨਾਲ ਜੁੜੇ ਹੋਏ ਹੋ, ਆਲੋਚਨਾ ਦੇ ਖੇਤਰ ਦੇ ਵਿੱਚ ਕਾਫੀ ਜ਼ਿੰਮੇਵਾਰੀ ਵਾਲਾ ਕੰਮ ਹੁੰਦਾ। ਪਰ ਮੈਂ ਪੁੱਛਣਾ ਚਾਹੂੰਗਾ ਕਿ ਇਹ ਪਾਸੇ ਨੂੰ ਤੁਹਾਡਾ ਜਿਹੜਾ ਰੁਝਾਨ ਆ ਉਹ ਕਿਵੇਂ ਪਿਆ ਅਤੇ ਇੱਕ ਸਫ਼ਰ ਕਦ ਤੋਂ ਸ਼ੁਰੂ ਹੁੰਦਾ? ਇਸ ਤਰ੍ਹਾਂ ਕਿ ਜੇ ਆਪਾਂ ਪੰਜਾਬੀ ਸਾਹਿਤ ਦੀ ਗੱਲ ਕਰੀਏ ਜੀ, ਤਾਂ ਪੰਜਾਬੀ ਸਾਹਿਤ ਦੇ ਵਿੱਚ ਮੱਧਕਾਲ ਦੇ ਵਿੱਚ ਸੁਖਨਵਰਾਂ ਦੇ ਸੁਖਨ ਮੁਹੰਮਦ ਦੇਣ ਗਵਾਹੀ ਹਾਲੋਂ, ਜਿਸ ਪੱਲੇ ਫੁੱਲ ਬੱਧੇ ਹੋਵਣ ਆਵੇ ਬੂਰ ਮਾਲੋਂ, ਇਹ ਵੀ ਇੱਕ ਆਲੋਚਨਾ ਹੀ ਹੈ ਜੀ। ਬਾਬਾ ਫਰੀਦ ਨੇ ਜਿਹੜੇ ਸ਼ਲੋਕ ਲਿਖੇ ਉਹਨਾਂ 'ਤੇ ਗੁਰੂ ਸਾਹਿਬ ਨੇ ਇੱਕ ਤਰ੍ਹਾਂ ਦੀ ਜਿਹੜੀ ਟੀਕਾ ਟਿੱਪਣੀ ਕੀਤੀ। ਬਾਬਾ ਫਰੀਦ ਲਿਖਦਾ ਹੈ, ਰੱਤੀ ਰਤ ਨਾ ਨਿਕਲੇ ਜੇ ਤਨ ਚੀਰੇ ਕੋਏ, ਜੋ ਤਨ ਰੱਤੇ ਰੱਬ ਸੰ ਤਿੰਨ ਤਨ ਰਤ ਨਾ ਹੋਏ। ਉਹਦੇ ਜਵਾਬ 'ਚ ਗੁਰੂ ਸਾਹਿਬ ਨੇ ਲਿਖਿਆ, ਇਹ ਤਨ ਸਭੋ ਰਤ ਹੈ, ਰਤ ਬਿਨ ਤਨ ਨਾ ਹੋਏ, ਜੋ ਰੱਤੇ ਸੋ ਆਪਣੇ ਤਿੰਨ ਤਨ ਰਤ ਨਾ ਹੋਏ। ਹੁਣ ਕਹਿਣ ਦਾ ਮਤਲਬ ਹੈ ਕਿ ਆਲੋਚਨਾ ਤਾਂ ਉਦੋਂ ਹੀ ਸ਼ੁਰੂ ਹੋ ਜਾਂਦੀ ਹੈ ਜਦੋਂ ਬੰਦਾ ਕੁਛ ਲਿਖਣ ਲੱਗਦਾ ਜੀ, ਕਿਉਂਕਿ ਲਿਖਣ ਵੇਲੇ ਹੀ ਉਹ ਫੈਸਲਾ ਕਰਦਾ ਕਿ ਕਿਹੜੀ ਚੀਜ਼ ਮੈਂ ਛੱਡਣੀ ਹੈ ਅਤੇ ਕਿਹੜੀ ਰੱਖਣੀ ਹੈ ਜੀ। ਇਹਦਾ ਮਤਲਬ ਹਰ ਲੇਖਕ ਦੇ ਅੰਦਰ ਹੀ ਇੱਕ ਆਲੋਚਕ ਬੈਠਾ ਹੁੰਦਾ। ਪਰ ਜਿਵੇਂ ਆਪਾਂ ਕਹਿੰਦੇ ਹਾਂ ਆਪਣੇ ਔਗਣ ਬੰਦੇ ਨੂੰ ਆਪ ਨਹੀਂ ਦਿਸਦੇ, ਉੱਥੇ ਆ ਕੇ ਫਿਰ ਪਾਠਕਾਂ ਦੀ ਕਚਹਿਰੀ ਦੇ ਵਿੱਚ ਜਦੋਂ ਕੋਈ ਰਚਨਾ ਪੇਸ਼ ਹੁੰਦੀ ਹੈ ਉਹਦੇ ਵੱਖਰੇ ਵੱਖਰੇ ਅਰਥ ਨੇ, ਜਿਹੜੇ ਵੱਖਰੇ ਵੱਖਰੇ ਵਾਦਾਂ ਕਰਕੇ, ਵੱਖਰੇ ਵੱਖਰੇ ਵਿਚਾਰਾਂ ਕਰਕੇ, ਵੱਖਰੇ ਵੱਖਰੇ ਦ੍ਰਿਸ਼ਟੀਕੋਣਾਂ ਕਰਕੇ, ਵੱਖਰੇ ਵੱਖਰੇ ਵਿਚਾਰਧਾਰਾ ਆਧਾਰਾਂ ਕਰਕੇ ਲੋਕ ਉਹਦੇ ਵੱਖੋ ਵੱਖਰੇ ਅਰਥ ਕੱਢਦੇ ਨੇ ਜੀ। ਮਸਲਨ ਬੜੀ ਮਸ਼ਹੂਰ ਲਾਈਨ ਹੈ ਗੁਰਬਾਣੀ ਦੀ, ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ। ਜੇ ਹੁਣ ਇਹਦੇ ਆਪਾਂ ਸ਼ਾਬਦਿਕ ਅਰਥ ਕਰੀਏ ਤਾਂ ਇਹ ਹੈ ਵੀ ਪਰਾਇਆ ਹੱਕ ਖਾਣਾ ਹਿੰਦੂਆਂ ਲਈ ਗਊ ਖਾਣ ਦੇ ਬਰਾਬਰ ਹੈ, ਮੁਸਲਮਾਨਾਂ ਦੇ ਲਈ ਸੂਰ ਖਾਣ ਦੇ ਬਰਾਬਰ ਹੈ। ਪਰ ਇਹ ਗੱਲ ਇੰਨੀ ਕੁ ਨਹੀਂ ਹੈ ਜੀ। ਇਹਦਾ ਮਤਲਬ ਤੈਅ ਹੋਇਆ ਵੀ ਬਾਕੀ ਹੱਕ ਖਾ ਲੈਣ। ਇਹਦਾ ਮਤਲਬ ਤੈਅ ਹੈ ਵੀ ਉਹ ਦੋ ਸਿੰਬਲ ਲੈ ਲਏ, ਪ੍ਰਤੀਕ ਲੈ ਲਏ ਗੁਰੂ ਸਾਹਿਬ ਨੇ। ਅਸਲ ਵਿੱਚ ਉਹ ਕਹਿਣਾ ਚਾਹੁੰਦੇ ਆ ਕਿ ਬਗਾਨਾ ਧਨ, ਬਗਾਨੇ ਧਨ ਦੀ ਚੋਰੀ, ਲੁੱਟ ਦਾ ਮਾਲ ਖਾਣਾ ਜਿਹੜਾ ਇਹ ਪਾਪ ਹੈ। ਇਸ ਕਰਕੇ ਕਿੰਨੀਆਂ ਕੁ ਤਹਾਂ ਉਸ ਦੀਆਂ ਫੋਲੀਆਂ ਜਾ ਸਕਦੀਆਂ ਨੇ, ਆਲੋਚਕ ਦੀ ਇਹ ਵੱਡੀ ਜ਼ਿੰਮੇਵਾਰੀ ਬਣਦੀ ਹੈ ਜੀ। ਮੇਰਾ ਜੀਵਨ ਦਾ ਸਫ਼ਰ ਹੈ ਜਿਹੜਾ ਇੱਕ ਸਧਾਰਨ ਜਿਹੇ ਕਿਰਤੀ ਪਰਿਵਾਰ ਤੋਂ ਸ਼ੁਰੂ ਹੋਇਆ। ਇੱਕ ਸਧਾਰਨ ਜਿਹਾ ਪਿੰਡ ਜੰਡਾਲੀ ਖੁਰਦ, ਉਹਦੇ ਵਿੱਚ ਸਾਡੇ ਵੇਲੇ ਸਾਡੀਆਂ ਮਾਵਾਂ ਨੂੰ ਇੰਨੀ ਤਾਂ ਸਮਝ ਹੀ ਨਹੀਂ ਸੀ ਹੁੰਦੀ ਕਿ ਡੇਟ ਆਫ ਬਰਥ ਲਿਖ ਲੈਣ। ਉਹ ਫਿਰ ਕਹਿੰਦੀਆਂ ਹੁੰਦੀਆਂ ਇਹ ਹੱਲਿਆਂ ਤੋਂ 4 ਸਾਲ ਬਾਅਦ ਪੈਦਾ ਹੋਇਆ, ਇਹ ਹੱਲਿਆਂ ਵੇਲੇ ਪੈਦਾ ਹੋਇਆ। ਅਤੇ ਉਸ ਹਿਸਾਬ ਨਾਲ ਮੈਂ ਹੱਲਿਆਂ ਤੋਂ 4 ਸਾਲ ਬਾਅਦ ਮੇਰੀ ਤਰੀਕ ਲਿਖਾਤੀ। 1951 ਦਾ ਮੇਰਾ ਬਰਥ ਹੈ ਅਤੇ ਪਿੰਡ ਦੇ ਪ੍ਰਾਇਮਰੀ ਸਕੂਲ ਤੋਂ ਪੜ੍ਹਿਆ, ਮਿਡਲ ਸਕੂਲ ਪੜ੍ਹਿਆ, ਹਾਇਰ ਸੈਕੰਡਰੀ ਸਕੂਲ ਪੜ੍ਹਿਆ। ਪੜ੍ਹ ਕੇ ਫਿਰ ਮੈਂ JVT ਕੀਤੀ 2 ਸਾਲ ਜੀ। JVT ਕਰਕੇ ਸਕੂਲ ਟੀਚਰ ਲੱਗ ਗਿਆ। ਟੀਚਰ ਲੱਗ ਕੇ ਮੈਂ ਪ੍ਰਾਈਵੇਟ ਪੜ੍ਹਨਾ ਸ਼ੁਰੂ ਕਰਤਾ ਅਤੇ ਮੈਂ ਤਕਰੀਬਨ 1.5 ਸਾਲ 'ਚ BA ਕਰ ਲਈ, 6 ਮਹੀਨੇ ਬਾਅਦ BA ਕਰਕੇ। ਫਿਰ ਮੈਂ ਗਿਆਨੀ ਪਹਿਲਾਂ ਕਰ ਚੁੱਕਿਆ ਸੀ,
BA ਕੀਤੀ, MA ਪੰਜਾਬੀ ਕੀਤੀ, MA ਅੰਗਰੇਜ਼ੀ ਕੀਤੀ, ਅਤੇ ਸੰਨ 78 ਦੇ ਵਿੱਚ ਮੈਨੂੰ ਮੌਕਾ ਮਿਲਿਆ, ਮੈਂ MPhil ਪੰਜਾਬੀ ਲਈ ਅਪਲਾਈ ਕੀਤਾ ਅਤੇ ਮੇਰੀ ਸਿਲੈਕਸ਼ਨ ਹੋ ਗਈ ਜੀ। ਅਸਲ ਵਿੱਚ ਤਾਂ ਸਮਝੋ ਵੀ ਉਹ ਸਾਲ ਸੀ ਜਿਹੜਾ ਮੇਰੀ ਜ਼ਿੰਦਗੀ ਦਾ ਇੱਕ ਅਹਿਮ ਮੋੜ ਹੈ, ਜਿਹਨੇ ਮੇਰੀ ਜ਼ਿੰਦਗੀ ਬਦਲਤੀ। ਨਹੀਂ ਤਾਂ ਮੈਂ ਸਾਰੀ ਉਮਰ ਸਕੂਲ ਟੀਚਰ ਰਹਿੰਦਾ। ਇਹਦਾ ਮਤਲਬ ਇਹ ਨਹੀਂ ਹੈ ਕਿ ਸਕੂਲ ਟੀਚਰ ਦੀ ਜੌਬ ਮੇਰੀ ਨਜ਼ਰ 'ਚ ਕੋਈ ਨੀਵੀਂ ਜੌਬ ਹੈ ਜੀ। ਕਹਿਣ ਦਾ ਮਤਲਬ ਜਿਹੜੇ ਮੌਕੇ, ਜਿੰਨੇ ਸਿਆਣੇ ਬੰਦਿਆਂ ਨੂੰ, ਜਿੰਨਾ ਵੱਡਾ ਘੇਰਾ ਮੈਨੂੰ ਯੂਨੀਵਰਸਿਟੀ ਆ ਕੇ ਮਿਲਿਆ, ਦੋਸਤਾਂ ਦਾ, ਵਿਦਵਾਨਾਂ ਦਾ, ਕਦਰਦਾਨਾਂ ਦਾ, ਉਹ ਸ਼ਾਇਦ ਨਾ ਮਿਲਦਾ ਅਤੇ ਨਾ ਹੀ ਮੇਰੀ ਸ਼ਖਸੀਅਤ ਨਾਲ ਵਿਕਾਸ ਕਰ ਸਕਦੀ ਜੀ। ਸੋ ਮੈਨੂੰ MPhil ਤੋਂ ਬਾਅਦ ਫੈਲੋਸ਼ਿਪ ਮਿਲਿਆ 1984 ਦੇ ਵਿੱਚ। 1983 ਦੇ ਵਿੱਚ ਮੈਂ ਛੱਡਿਆ ਇਹ। ਤਕਰੀਬਨ 1979 ਦੇ ਵਿੱਚ ਮੈਨੂੰ ਫੈਲੋਸ਼ਿਪ ਮਿਲਿਆ 4 ਸਾਲ ਲਈ ਜੀ। ਉਹਦੇ ਵਿੱਚ ਮੈਂ PhD ਕਰ ਲਈ। ਠੀਕ ਹੈ। PhD ਕੰਪਲੀਟ ਨਹੀਂ ਸੀ ਕੀਤੀ, ਮੈਨੂੰ ਗਵਰਨਮੈਂਟ ਕਾਲਜ 'ਚ ਪੱਕੀ ਜੋਬ ਮਿਲ ਗਈ। ਗੋਬਿੰਦਗੜ੍ਹ ਕੁੜੀਆਂ ਦਾ ਕਾਲਜ ਸੀ। ਉੱਥੇ ਮੇਰੀ ਪ੍ਰੋਬੇਸ਼ਨ ਪੂਰੀ ਨਾ ਹੋਈ, ਮੈਂ ਰੀਜਨਲ ਸੈਂਟਰ ਬਠਿੰਡੇ, ਮੈਨੂੰ ਡਾਕਟਰ ਜੌਹਲ ਸਾਹਿਬ ਨੇ ਪੱਕੇ ਤੌਰ 'ਤੇ ਸਿਲੈਕਟ ਕਰਤਾ। ਸੋ ਸਮਝੋ ਵੀ ਅਸਲ 'ਚ ਮੇਰੀ ਯੂਨੀਵਰਸਿਟੀ ਦੀ ਪੜ੍ਹਾਉਣ ਦਾ ਜਿਹੜਾ ਸਮਾਂ 1984 ਤੋਂ ਸ਼ੁਰੂ ਹੁੰਦਾ, ਜਦੋਂ ਮੈਂ MA ਪੰਜਾਬੀ ਨੂੰ ਪੜ੍ਹਾਉਣਾ ਸ਼ੁਰੂ ਕੀਤਾ ਅਤੇ ਤਕਰੀਬਨ 16 ਸਾਲ 2000 ਤੱਕ ਮੈਂ ਪੜ੍ਹਾਇਆ। ਫਿਰ ਮੈਂ 3 ਕਾਲਜਾਂ ਦਾ ਪ੍ਰਿੰਸੀਪਲ ਰਿਹਾ। ਪ੍ਰਿੰਸੀਪਲ ਨੂੰ ਪੜ੍ਹਾਉਣ ਨਾਲੋਂ ਸਾਂਭਣ ਦੀ ਗੱਲ ਜ਼ਿਆਦਾ ਹੁੰਦੀ ਹੈ, ਪਰ ਮੇਰਾ ਸ਼ੌਕ ਹਮੇਸ਼ਾ ਹੀ ਪੜ੍ਹਨ ਨਾਲ, ਪੜ੍ਹਾਉਣ ਨਾਲ ਲੱਗਿਆ ਰਿਹਾ। ਮੈਂ ਪ੍ਰਿੰਸੀਪਲ ਦੀ ਜੌਬ ਕਰਕੇ ਕੋਈ ਖੁਸ਼ ਨਹੀਂ ਸੀ ਹੁੰਦਾ, ਕਿਉਂਕਿ ਇਹ ਜੌਬ ਐਸੀ ਹੈ, ਕੰਡਿਆਂ ਦਾ ਤਾਜ ਹੈ। ਕਦੇ ਵਿਦਿਆਰਥੀ ਨਾਰਾਜ਼, ਕਦੇ ਅਧਿਆਪਕ ਨਾਰਾਜ਼, ਕਦੇ ਇਲਾਕਾ ਨਾਰਾਜ਼। ਮਤਲਬ ਇੰਨੇ ਲੋਕ ਤੁਹਾਡੇ ਖਿਲਾਫ ਨਾਰਾਜ਼ ਹੋਣ ਵਾਲੇ ਹੁੰਦੇ ਆ, ਜੇ ਤੁਸੀਂ ਉਹਨਾਂ ਨੂੰ ਰਾਜ਼ੀ ਕਰੋ, ਤੁਹਾਡੇ 'ਚ ਆਪਣਾ ਰਹਿੰਦਾ ਕੁਛ ਨਹੀਂ। ਮੈਂ ਫਿਰ ਵੀ ਕਿਵੇਂ ਨਾ ਕਿਵੇਂ, ਮੈਂ ਇਹ ਦਾਅਵਾ ਤਾਂ ਨਹੀਂ ਕਰਦਾ, ਲੇਕਿਨ ਜਿਨ੍ਹਾਂ ਇਲਾਕਿਆਂ 'ਚ ਮੈਂ ਰਿਹਾ, ਜੇ ਕਦੇ ਤੁਹਾਨੂੰ ਵਕਤ ਮਿਲੇ ਤਾਂ ਤੁਹਾਨੂੰ ਲੋਕ ਦੱਸ ਦੇਣਗੇ ਕਿ ਉਸ ਬੰਦੇ ਨੇ ਕਿੰਨੀ ਮਿਹਨਤ ਕੀਤੀ ਜ਼ਿੰਦਗੀ 'ਚ ਕਾਲਜਾਂ ਨੂੰ ਚਲਾਉਣ ਲਈ। ਉਦੋਂ ਫਿਰ ਮੈਂ ਡਾਕਟਰ ਰਵੀ ਦੇ ਨਾਲ PhD ਕਰਨ ਦੇ ਲਈ ਮਾਰਕਸਵਾਦੀ ਪੰਜਾਬੀ ਆਲੋਚਨਾ ਦਾ ਟੌਪਿਕ ਹੈ ਜਿਹੜਾ ਚੁਣਿਆ, ਅਤੇ 84 ਦੇ ਵਿੱਚ ਮੇਰਾ PhD ਮੇਰੀ ਪੂਰੀ ਹੋ ਗਈ ਸੀ, 83 ਵਿੱਚ ਹੀ ਹੋ ਗਈ ਸੀ। ਉਸ ਤੋਂ ਬਾਅਦ ਫਿਰ ਉਹਨਾਂ ਦੀ ਹੱਲਾਸ਼ੇਰੀ ਕਰਕੇ, ਕਿਉਂਕਿ ਡਾਕਟਰ ਰਵੀ ਕਰਨਵੀਰ ਜੀ ਬਹੁਤ ਵੱਡੇ ਅਤੇ ਸਿਆਣੇ ਅਧਿਆਪਕ ਸੀ ਜੀ। ਤੁਸੀਂ ਪੰਜਾਬ ਦੇ ਕਿਸੇ ਵੀ ਬੁੱਧੀਜੀਵੀ ਕੋਲੇ, ਕਿਸੇ ਵੀ ਤਰ੍ਹਾਂ ਦੇ, ਕਿਸੇ ਵੀ ਸ਼ੇਡ ਦੇ ਬੁੱਧੀਜੀਵੀ ਕੋਲੇ ਗੱਲ ਕਰੋਗੇ ਤਾਂ ਉਹਨਾਂ ਦੇ ਨਾਂ ਨੂੰ ਬੜਾ ਸਤਿਕਾਰ ਨਾਲ ਲਿਆ ਜਾਂਦਾ ਹੈ। ਇਹ ਬਦਕਿਸਮਤੀ ਹੈ ਕਿ ਅਸੀਂ ਪੰਜਾਬੀਆਂ ਨੇ ਭਰਾ ਮਾਰ ਲੜਾਈ ਦੇ ਵਿੱਚ ਇਹੋ ਜਿਹੇ ਹੀਰੇ ਗਵਾ ਲਏ। ਉਹਨੂੰ ਅੱਤਵਾਦ ਕਹਿ ਲਓ, ਖਾਲਿਸਤਾਨ ਕਹਿ ਲਓ, ਜੋ ਵੀ। ਮੈਂ ਸਮਝਦਾ ਇਸ ਧਿਰ ਨੇ ਜਿੰਨਾ ਨੁਕਸਾਨ ਪੰਜਾਬ ਦੇ ਬੁੱਧੀਜੀਵੀ ਵਰਗ ਦਾ ਕੀਤਾ ਹੈ, ਪੱਤਰਕਾਰਾਂ ਨੂੰ ਲੈ ਲਓ, ਸਿਆਣੇ ਜਥੇਦਾਰਾਂ ਨੂੰ ਲੈ ਲਓ, ਉਹਦਾ ਕੋਈ ਲੇਖਾ ਜੋਖਾ ਹੀ ਨਹੀਂ ਹੈ। ਬਟ ਸਰ ਉਹ ਤੋਂ ਬਾਅਦ ਤੁਹਾਡਾ, ਅੱਜ ਮੈਂ ਕਹਿੰਦੀ ਤੁਸੀਂ 84 ਤੁਹਾਡੀ ਮਾਰਕਸਵਾਦੀ ਸਮੀਖਿਆ ਸਿਧਾਂਤ ਅਤੇ ਤੁਸੀਂ ਜਿਹੜੇ ਥੀਸਿਸ ਨਾਲ ਹੀ ਸੰਬੰਧ ਸੀ, ਉਹ ਤੁਹਾਡੀ ਕਿਤਾਬ ਸੀ ਜੀ। ਅਤੇ ਗੱਲ ਇਹ ਹੈ ਵੀ ਉਹ ਸਮਿਆਂ ਦੇ ਵਿੱਚ ਜਿਹੜਾ ਮਾਰਕਸਵਾਦੀ ਸਾਹਿਤ ਸੀ ਉਹਦੀ ਬੜੀ ਚੜ੍ਹਤ ਸੀ ਇੱਕ ਤਰੀਕੇ ਨਾਲ, ਹੈ ਨਾ। ਅਤੇ ਬੁੱਧੀਜੀਵੀਆਂ ਨੇ ਉਦੋਂ ਕਾਮਰੇਡੀ ਦੌਰ ਚੱਲਦਾ ਸੀ, ਇੱਕ ਤਰੀਕੇ ਨਾਲ ਬਦਨਾਮ ਵੀ ਇਹ ਕਾਮਰੇਡ ਨੇ ਤਾਂ ਨਾਸਤਿਕ ਨੇ, ਉਹ ਮਤਲਬ ਇੱਕ ਨਾ ਪਾੜਾ ਜਿਹਾ ਬਣ ਗਿਆ ਸੀਗਾ ਵੀ ਇੱਕ ਪਾਸੇ ਜੀ ਸਿੱਖ ਵਿਦਵਾਨ, ਧਾਰਮਿਕ ਵਿਦਵਾਨ, ਦੂਜੇ ਪਾਸੇ ਕਾਮਰੇਡ ਵਿਦਵਾਨ ਜੀ। ਅਤੇ ਇਹ ਚੀਜ਼ ਥੋੜ੍ਹੀ ਜਿਹੀ ਨੇ ਕਾਫੀ ਜ਼ਿਆਦਾ ਜਿਹੜਾ ਸਾਹਿਤ ਨੂੰ ਖਤਰਨਾਕ ਵੀ ਸਾਬਿਤ ਹੋਈ ਹੈ, ਕਿਉਂਕਿ ਇਹਨੇ ਵੰਡਤਾ ਲੇਖਕਾਂ ਨੂੰ। ਤਾਂ ਉਹ ਸਮੇਂ ਦੇ ਵਿੱਚ ਤੁਸੀਂ ਮਾਰਕਸਵਾਦੀ ਸਾਹਿਤ ਦੀ ਉਸ ਸਮੇਂ ਦੇ ਵਿੱਚ ਕਿੰਨੀ ਕੁ ਭੂਮਿਕਾ ਤੁਸੀਂ ਮੰਨਦੇ ਹੋ? ਕਿਉਂਕਿ ਮੈਂ ਨਾਲ ਇੱਕ ਸਵਾਲ ਹੋਰ ਵੀ ਜੋੜ ਦੇਵਾਂ, ਕਿਉਂਕਿ ਮਾਰਕਸਵਾਦੀ ਸਾਹਿਤ ਹੈ ਜਿਹੜਾ ਜਾਂ ਸੋਚ ਆ, ਇਹ ਕਈ ਕਹਿੰਦੇ ਨੇ ਜੀ ਤਾਂ ਰਸ਼ੀਆ ਤੋਂ, ਰੂਸ ਵਾਲੇ ਤੋਂ ਪਾਸੇ ਤੋਂ ਆਈ ਹੈ, ਕਿਉਂਕਿ ਉੱਧਰ ਦਾ ਸਿਧਾਂਤ ਆ। ਪਰ ਜਿਹੜੀ ਸਿਧਾਂਤ ਲੋਕਾਂ ਦੇ ਹੁੰਦੇ ਨੇ, ਉਹ ਸੂਬੇ ਦੇ ਹੁੰਦੇ ਨੇ, ਉਹ ਜ਼ਿਆਦਾ ਅਸਰ ਉਹਨਾਂ ਨੇ ਆਪਣਾ ਪਾਈ ਰੱਖਿਆ ਕਿ ਜਾਂ ਜੋ ਬਾਹਰ ਦਾ ਸਾਹਿਤ ਸੀ ਉਹਨੇ ਜ਼ਿਆਦਾ ਅਸਰ ਪਾਇਆ? ਦੇਖੋ, ਜਿਹੜੇ ਵੱਡੇ ਸਿਧਾਂਤ ਹੁੰਦੇ ਨੇ ਉਹ ਕਦੇ ਵੀ ਸਥਾਨਕ ਇਲਾਕੇ ਵਿੱਚ ਕੈਦ ਨਹੀਂ ਕੀਤੇ ਜਾ ਸਕਦੇ ਜੀ। ਕੁਰਾਨ ਹਜ਼ਰਤ ਮੁਹੰਮਦ ਸਾਹਿਬ ਨੂੰ ਮੱਕੇ ਦੇ ਵਿੱਚ ਉਤਰੀ, ਪਰ ਅੱਜ ਸਾਰੀ ਦੁਨੀਆ 'ਤੇ ਰਾਜ ਕਰ ਰਹੀ ਹੈ। ਗੁਰੂ ਨਾਨਕ ਸਾਹਿਬ ਨੇ ਵੇਈ ਨਦੀ ਵਿੱਚੋਂ ਪਹਿਲੀ ਵਾਰ ਨਿਕਲ ਕੇ ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ ਕਿਹਾ, ਉਹ ਛੋਟੀ ਜਿਹੀ ਨਦੀ 'ਚੋਂ ਨਿਕਲ ਕੇ ਅੱਜ ਸਾਰੇ ਸੰਸਾਰ ਦਾ ਨਾਅਰਾ ਬਣ ਗਿਆ। ਇਵੇਂ ਮਾਰਕਸਿਜ਼ਮ ਹੈ ਜਿਹੜਾ, ਇਹ ਕੋਈ ਵਿਦੇਸ਼ੀ ਚੀਜ਼ ਨਹੀਂ ਹੈ। ਅਸਲ ਵਿੱਚ ਜਿਸ ਸਮਾਜ ਦੀ ਜਿੱਥੋਂ ਤੱਕ ਡਿਵੈਲਪਮੈਂਟ ਹੋਈ ਹੁੰਦੀ ਹੈ,
ਉਸ ਡਿਵੈਲਪਮੈਂਟ ਦੀ ਪੱਧਰ ਦੀ ਹੀ ਉਹਦੀ ਫਿਲਾਸਫੀ ਹੁੰਦੀ ਹੈ, ਉਹਦੀ ਰਾਜਨੀਤੀ ਹੁੰਦੀ ਹੈ, ਉਹਦੀ ਆਰਥਿਕਤਾ ਹੁੰਦੀ ਹੈ। ਤੁਸੀਂ ਜਾਣਦੇ ਹੋ ਕਿ ਸਾਡੇ ਤਾਂ ਮਾੜਾ ਮੋਟਾ ਇੰਡਸਟਰੀ ਦਾ ਜੋ ਕੰਮ ਸ਼ੁਰੂ ਹੋਇਆ ਅੰਗਰੇਜ਼ਾਂ ਦੇ ਆਉਣ ਤੋਂ ਬਾਅਦ ਸ਼ੁਰੂ ਹੋਇਆ ਜੀ। ਰਾਜੀ ਬਹੁਤ ਰਹਿੰਦੇ ਮੁਸਲਮਾਨ ਹਿੰਦੂ, ਸਿਰ ਦੋਹਾਂ ਦੇ ਨਵੀਂ ਆਫਾਤ ਆਈ। ਸ਼ਾਹ ਮੁਹੰਮਦਾ ਵਿੱਚ ਪੰਜਾਬ ਦੇ ਜੀ ਕਦੇ ਨਹੀਂ ਸੀ ਤੀਸਰੀ ਜਾਤ ਆਈ। ਉਸ ਸਾਮਰਾਜੀ ਤਾਕਤ ਨੇ ਲਿਆ ਕੇ ਜਿਹੜਾ ਇੱਥੋਂ ਦਾ ਵਿਕਾਸ ਸੀ ਉਹਨੂੰ ਸਤਮਾਹੇ ਬੱਚੇ ਵਰਗਾ ਵਿਕਾਸ ਮੈਂ ਇਹਨੂੰ ਕਹਿਣਾ। ਉਹ ਨਾ ਤਾਂ ਇਹ ਚਾਹੁੰਦੇ ਸੀ ਕਿ ਪੂਰੀ ਤਰ੍ਹਾਂ ਇੰਡਸਟਰੀਅਲੀ ਹਿੰਦੁਸਤਾਨ ਡਿਵੈਲਪ ਹੋਵੇ ਜੀ, ਕਿਉਂਕਿ ਜੇ ਇਹ ਡਿਵੈਲਪ ਹੋ ਜਾਊਗਾ ਤਾਂ ਮਾਨਚੈਸਟਰ ਦੀਆਂ ਮਿੱਲਾਂ ਬੰਦ ਹੋਣਗੀਆਂ। ਜੇ ਇਹਨਾਂ ਦੀ ਖਪਤ ਇੱਥੇ ਲੱਗਣ ਲੱਗੂ ਤਾਂ ਖਪਤ ਦਾ ਮੁੱਲ ਵਧੂਗਾ। ਉਹ ਮੰਡੀ ਤੇ ਕਬਜ਼ਾ ਕਰਕੇ, ਕਿਉਂਕਿ ਮੰਡੀ 'ਚ ਸਰਦਾਰੀ ਉਹਨਾਂ ਦੀ ਸੀ, ਕੋਈ ਮੁਕਾਬਲਾ ਨਹੀਂ ਸੀ। ਸਸਤੇ ਭਾਅ ਕਪਾਹ, ਨਰਮਾ, ਖਾਲੀ ਚੀਜ਼ਾਂ ਜਿਹੜੀਆਂ ਵਰਤੋਂ ਆਉਣ ਵਾਲੀਆਂ ਸੀ ਉਹ ਲੈਂਦੇ ਸੀ ਅਤੇ ਉੱਥੇ ਤਿਆਰ ਕਰਕੇ ਦੁੱਗਣੇ ਮੁੱਲ ਸਾਨੂੰ ਦਿੰਦੇ ਸੀ। ਹੁਣ ਜਦੋਂ ਸਾਡੇ ਮੁਲਕ ਦੇ ਵਿੱਚ ਕੋਈ ਕਿਸੇ ਤਰ੍ਹਾਂ ਦਾ ਰੈਵੋਲੂਸ਼ਨ, ਆਪਾਂ ਉਦਯੋਗਿਕ ਇਨਕਲਾਬ ਆਇਆ ਹੀ ਨਹੀਂ ਹੈ। ਯੂਰਪ ਦੇ ਵਿੱਚ 1840-50 ਦੇ ਵਿੱਚ ਹੀ ਆ ਗਿਆ ਸੀ। ਭਾਫ ਦੇ ਇੰਜਣ ਆ ਗਏ ਸੀ। ਉਸ ਭਾਫ ਦੇ ਇੰਜਣ ਆਉਣ ਦੇ ਨਾਲ ਪਹਿਲਾਂ ਜਿਹੜਾ ਬੰਦਾ ਇਕੱਲਾ ਕੰਮ ਕਰਦਾ ਸੀ ਉਹ ਮੈਨੂਫੈਕਚਰਿੰਗ ਮਸ਼ੀਨਾਂ ਉਹਦਾ ਕੰਮ ਕਰਨ ਲੱਗ ਗਈਆਂ। ਜਿੱਥੇ ਇੱਕ ਬੰਦਾ ਸਾਰੀ ਦਿਹਾੜੀ 'ਚ ਇੱਕ ਜੁੱਤੀ ਸਿਉਂਦਾ ਅਤੇ ਮਸ਼ੀਨ ਦੇ ਨਾਲ ਇੱਕ ਬੰਦਾ, ਹੁਣ ਤਾਂ ਆਟੋਮੈਟਿਕ ਸਿਸਟਮ ਆ ਗਿਆ ਕਿ 2000 ਜੁੱਤੀ ਕੱਢ ਕੇ ਪਰੇ ਮਾਰਦਾ। ਤਾਂ ਉਹ ਜਿਹੜੇ ਲੋਕ ਸੀ ਹੱਥਾਂ ਵਾਲੇ ਕੰਮ ਕਰਨ ਵਾਲੇ, ਉਹ ਆਪਣੇ ਧੰਦਿਆਂ ਤੋਂ ਟੁੱਟ ਕੇ ਵਿਹਲੇ ਹੋ ਗਏ। ਇੱਕ ਨਵੀਂ ਜਮਾਤ ਪੈਦਾ ਹੋ ਗਈ, ਇਹਨੂੰ ਪ੍ਰੋਲੇਤਾਰੀ ਜਾਂ ਮਜ਼ਦੂਰ ਜਮਾਤ ਕਹਿੰਦੇ ਨੇ। ਕਾਰਨ ਮਾਰਕਸ ਅਤੇ ਐਂਗਲਜ਼ ਨੇ ਕਿਹਾ ਕਿ ਪੂੰਜੀਵਾਦ ਆਉਣ ਦੇ ਨਾਲ ਸਭ ਤੋਂ ਵੱਧ ਲੁੱਟ ਇਸ ਜਮਾਤ ਦੀ ਹੋਊ, ਕਿਉਂਕਿ ਇਹਨਾਂ ਕੋਲ ਓਪੇ ਦਾ ਸਾਧਨ ਕੋਈ ਨਹੀਂ। ਆਪਣੇ ਹੱਥਾਂ ਦੀ ਕਿਰਤ ਵੇਚਣ ਤੋਂ ਬਿਨਾਂ ਉਹਨਾਂ ਨੇ, ਇਹ ਨਹੀਂ ਕਿ ਕਿਰਤ ਕੋਈ ਇਕੱਲੇ ਈਸਾਈਆਂ ਦੀ ਕਿਰਤ ਹੈ, ਕੋਈ ਵੀ ਬੰਦਾ ਜਿਹੜਾ ਇਸ ਰੈਵੋਲੂਸ਼ਨ ਦੇ ਵਿੱਚ, ਇੰਡਸਟਰੀਅਲ ਰੈਵੋਲੂਸ਼ਨ 'ਚ ਆ ਕੇ ਕੰਮ ਕਰੂਗਾ, ਉਹਦੇ ਵਿੱਚ ਪੂੰਜੀਪਤੀਆਂ ਦੀ ਤਾਕਤ ਵੱਧਦੀ ਜਾਊਗੀ ਜੀ, ਔਰ ਕਾਮਿਆਂ ਦੀ ਤਾਕਤ ਘਟਦੀ ਜਾਊਗੀ। ਤੁਹਾਨੂੰ ਪਤਾ ਵੀ ਬੜੀ ਮੁਸ਼ਕਿਲ ਨਾਲ 8 ਘੰਟੇ ਕੰਮ ਕਰਨ ਦਾ ਰੂਲ ਲਾਗੂ ਕਰਾਇਆ। ਤਾਂ ਮੇਰਾ ਕਹਿਣ ਦਾ ਮਤਲਬ ਹੈ ਉਹਨਾਂ ਸਥਿਤੀਆਂ ਦੇ ਵਿੱਚੋਂ ਮਾਰਕਸਵਾਦ ਪੈਦਾ ਹੋਇਆ। ਉਹ ਮਾਰਕਸਵਾਦ ਨਿਰਾ ਮਾਰਕਸ ਅਤੇ ਐਂਗਲਜ਼ ਦੀ ਦਿਮਾਗੀ ਕਸਰਤ ਨਹੀਂ ਸੀ, ਉਹ ਸਥਿਤੀ ਸੀ ਪੂਰੇ ਹਾਲਾਤ ਦੀ ਜੀ। ਠੀਕ ਹੈ ਨਾ, ਕਿਉਂਕਿ ਜਿਹੋ ਜਿਹੇ ਹਾਲਾਤ ਨੇ, ਜਿਹੋ ਜਿਹੇ ਲੋਕਾਂ ਸੰਤਾਪ ਹੰਢਾ ਰਹੇ ਨੇ, ਜਦੋਂ ਉਹੋ ਜਿਹਾ ਲਿਖਿਆ ਹੋਇਆ ਸਾਹਿਤ ਉਹਨਾਂ ਕੋਲ ਆਉਂਦਾ ਤਾਂ ਉਹਨੂੰ ਮਾਨਤਾ ਆਪਣੇ ਆਪ ਮਿਲ ਜਾਂਦੀ ਹੈ, ਆਪਣੇ ਆਪ ਮਿਲ ਜਾਂਦੀ ਹੈ। ਇੱਕ ਵੱਡੀ ਸਭ ਧਾਰਨਾ ਬਣ ਗਈ ਹੈ ਵੀ ਜਿਹੜੇ ਜਿਵੇਂ ਕਾਮਰੇਡ ਦਾ ਮਤਲਬ ਇਹ ਧਰਮ ਜਿਹੜਾ ਆ ਉਹ ਅੰਧ ਵਿਸ਼ਵਾਸ ਆ ਇੱਕ ਤਰੀਕੇ ਨਾਲ। ਜਿਵੇਂ ਤੁਸੀਂ ਜੁੜੇ ਹੋਏ ਹੋ ਤਾਂ ਇੱਕ ਮਿੱਥ ਜਿਹਾ ਬਣ ਜਾਂਦਾ, ਇੱਕ ਚਲੰਤ ਬਣ ਜਾਂਦਾ, ਬਹੁਤੇ ਲੋਕਾਂ ਦੇ ਮੂੰਹ 'ਤੇ ਜਦੋਂ ਗੱਲ ਆ ਜਾਂਦੀ ਹੈ ਉਹਨੂੰ ਸਥਾਪਿਤ ਜਿਹੀ ਹੋ ਜਾਂਦੀ ਹੈ। ਤਾਂ ਉਹਨੇ ਇੱਕ ਇਹੋ ਜਿਹਾ ਵੰਡਿਆ ਕਿ ਜੇ ਮਤਲਬ ਕਾਮਰੇਡ ਆ ਤਾਂ ਉਹਦੇ ਲਈ ਧਰਮ ਆ ਉਹ ਅੰਧ ਵਿਸ਼ਵਾਸ ਆ। ਦੇਖੋ ਜਿਹੜੇ ਕਾਮਰੇਡ ਨੇ ਉਹਨਾਂ ਲਈ ਕਮਿਊਨਿਜ਼ਮ ਵੀ ਅੰਧ ਵਿਸ਼ਵਾਸ ਹੀ ਹੈ, ਧਰਮਾਂ ਲਈ ਧਰਮ ਅੰਧ ਵਿਸ਼ਵਾਸ ਹੈ। ਗੁਰੂ ਨਾਨਕ ਸਾਹਿਬ ਨੇ ਕਿੰਨੀਆਂ ਥਾਵਾਂ 'ਤੇ ਕਿਹਾ ਕਿ ਜਿਹੜਾ ਵਿਚਾਰ ਹੈ, ਜਿਹੜਾ ਗਿਆਨ ਹੈ, ਇਹ ਸਭ ਤੋਂ ਵੱਡੀ ਦੌਲਤ ਹੈ। ਠੀਕ ਹੈ ਨਾ, ਲੇਕਿਨ ਇਸ ਗਿਆਨ ਦੀ ਕਮਾਈ ਕਰਨੀ ਪੈਂਦੀ ਹੈ। ਕਹਿਣ ਦਾ ਮਤਲਬ ਹਰੇਕ ਧਰਮ ਦੇ ਵਿੱਚ ਚੰਗਿਆਈਆਂ ਵੀ ਨੇ, ਕਮਜ਼ੋਰੀਆਂ ਵੀ ਨੇ, ਔਰ ਬਹੁਤੀਆਂ ਕਮਜ਼ੋਰੀਆਂ ਧਰਮ ਨਾਲੋਂ ਧਰਮ ਦੇ ਪੈਰੋਕਾਰਾਂ 'ਤੇ ਜ਼ਿਆਦਾ ਹੁੰਦੀਆਂ ਨੇ। ਹੁਣ ਜੇ ਕੋਈ ਕਮਿਊਨਿਸਟ ਲਾਲ ਝੱਗਾ ਪਾ ਕੇ ਲੋਕਾਂ ਨੂੰ ਲੁੱਟਣ ਲੱਗ ਜਾਵੇ, ਫੰਡ ਕੱਟ ਕੇ ਵੇਚਣ ਲੱਗ ਜਾਵੇ, ਸ਼ਰਾਬ ਪੀਣ ਲੱਗ ਜਾਵੇ, ਉਹ ਕਾਹਦਾ ਕਮਿਊਨਿਸਟ ਹੈ? ਇਵੇਂ ਧਰਮ ਵਾਲੇ ਨੇ। ਧਰਮ ਵਾਲੇ ਤਾਂ ਆਪਣਾ ਪਰਿਵਾਰ ਵਾਰ ਕੇ ਵੀ ਕਹਿੰਦੇ ਸੀ ਸ਼ੁਕਰ ਹੈ ਸੱਚੇ ਪਾਤਸ਼ਾਹ ਅਸੀਂ ਤੇਰੀ ਜਿਹੜੀ ਦੇਣ ਆ ਉਹਦਾ ਕੁਛ ਮੁੱਲ ਪਾ ਸਕੇ। ਮੇਰਾ ਰਵੱਈਆ ਇਹ ਨਹੀਂ ਹੈ ਜੀ। ਮੇਰਾ ਰਵੱਈਆ ਇਹ ਹੈ ਕਿ ਹਰ ਚੰਗੀ ਗੱਲ, ਵੇਦਾਂ 'ਚ ਲਿਖਿਆ ਲੈਟ ਨੋਬਲ ਥਾਟਸ ਕਮ ਟੂ ਯੂ ਫਰੋਮ ਆਲ ਦਾ ਸਾਈਡਸ। ਚੰਗੀ ਗੱਲ ਜਿੱਥੋਂ ਵੀ ਤੁਹਾਨੂੰ ਮਿਲਦੀ ਹੈ ਉਹਨੂੰ ਗ੍ਰਹਿਣ ਕਰੋ ਜੀ। ਜੇ ਧਰਮ ਪੈਦਾ ਹੋਇਆ ਤਾਂ ਉਹਦੇ ਵੀ ਸਮਾਜਿਕ ਕਾਰਨ ਸੀ, ਮਨੁੱਖ ਕੋਲ ਇੰਨਾ ਗਿਆਨ ਨਹੀਂ ਸੀ। ਹੁਣ ਤੁਸੀਂ ਮੈਨੂੰ ਦੱਸੋ, ਅੱਜ ਤੋਂ 20-50 ਸਾਲ ਪਹਿਲਾਂ ਜਦੋਂ ਮੈਂ ਬਿਮਾਰ ਹੁੰਦਾ ਸੀ
ਮੇਰੀ ਮਾਂ ਫੜ ਕੇ ਸੰਤਾਂ ਦੇ ਡੇਰੇ ਲੈ ਜਾਂਦੀ ਸੀ, ਤੇਰਾ ਪੁੱਤ ਹੱਥ ਹੌਲਾ ਕਰਾ ਕੇ ਲਿਆਉਣਾ। ਹੱਥ ਹੌਲਾ ਸਾਹਿਬ ਨੇ ਵੱਡਾ ਸਾਰਾ ਚਮਟਾ ਚੱਕਣਾ, 7-8 ਵਾਰ ਧਰਤੀ 'ਤੇ ਮਾਰ ਕੇ ਮੂੰਹ 'ਚ ਗੁਣ ਜੀ ਕਰਨੀ, ਮੇਰੇ ਸਿਰ 'ਤੇ ਰੱਖ ਦੇਣਾ। ਇਹ ਗੱਲ ਤੁਹਾਨੂੰ ਅੰਧ ਵਿਸ਼ਵਾਸ ਲੱਗਦੀ ਹੈ, ਮੇਰੇ ਲਈ ਵਿਸ਼ਵਾਸ ਹੈ। ਇਸ ਕਰਕੇ ਕਿ ਮੇਰੀ ਮਾਂ ਡਾਕਟਰ ਕੋਲ ਨਹੀਂ ਸੀ ਜਾ ਸਕਦੀ, ਪੈਸੇ ਨਹੀਂ ਸੀ ਘਰ 'ਚ। ਉਹਨੂੰ ਇਹ ਵਿਸ਼ਵਾਸ ਸੀ ਵੀ ਬਾਬੇ ਦੇ ਮੰਤਰ ਨਾਲ ਮੇਰੇ ਮੁੰਡੇ ਨੇ ਠੀਕ ਹੋ ਜਾਣਾ ਹੈ। ਇਹ ਜਿਹੜੀ ਤਾਕਤ ਹੈ, ਮੇਰੀ ਗੱਲ ਸਮਝ ਰਹੇ ਹੋ ਨਾ? ਜੀ ਜੀ। ਇਹ ਤਾਕਤ ਨੂੰ ਚੰਗੇ ਪਾਸੇ ਵੀ ਵਰਤਿਆ ਜਾ ਸਕਦਾ ਹੈ, ਇਹਦੀ ਥਾਂ 'ਤੇ ਉਲਟ ਵੀ ਵਰਤਿਆ ਜਾ ਸਕਦਾ ਹੈ ਵੀ ਮੇਰੀ ਜਠਾਣੀ ਮੇਰੇ ਨਾਲ ਲੜਦੀ ਹੈ, ਹੱਥ ਹੌਲਾ ਕਰੋ, ਮਰ ਜਾਵੇ। ਠੀਕ ਹੈ ਨਾ? ਧਰਮ ਹੈ ਜਿਹੜਾ, ਉਹਦੀ ਚੇਤਨਾ ਦੇ ਰੂਪ ਦਾ ਹੀ ਮਾਰਕਸਵਾਦ ਨਾਲੋਂ ਬੇਸਿਕਲੀ ਫਰਕ ਹੈ। ਮਾਰਕਸਵਾਦ ਚੇਤਨਾ ਦਾ ਇੱਕ ਵਿਗਿਆਨਕ ਰੂਪ ਹੈ, ਉਹ ਹਰ ਚੀਜ਼ ਦੇ ਕਾਰਨ ਅਤੇ ਕਾਰਜ ਨੂੰ ਲੱਭਦਾ ਹੈ। ਉਹ ਸਮਝਦਾ ਕਿ ਸਾਰਾ ਸੰਸਾਰ ਗਤੀਸ਼ੀਲ ਹੈ, ਉਹ ਸਮਝਦਾ ਕਿ ਸਾਰਾ ਸੰਸਾਰ ਇਹਦੇ ਵਿੱਚ ਸਮਾਜਿਕ ਨਾ ਬਰਾਬਰੀ ਉਹਨਾਂ ਚਿਰ ਤੱਕ ਦੂਰ ਨਹੀਂ ਹੋਊ ਜਿੰਨਾ ਚਿਰ ਤੱਕ ਸਾਰਾ ਕਿਰਤੀ ਵਰਗ ਉੱਠ ਕੇ ਇਸ ਜ਼ਾਲਮ ਪੂੰਜੀਵਾਦੀ ਪ੍ਰਬੰਧ ਦੇ ਖਿਲਾਫ ਖੜਾ ਨਹੀਂ ਹੁੰਦਾ। ਭੱਟੀ ਸਾਹਿਬ, ਇਹ ਤਾਂ ਤੁਹਾਡੀ ਤੁਸੀਂ ਪਹਿਲੀ ਕਿਤਾਬ ਆਪਣੇ ਨਿੱਠ ਕੇ ਗੱਲ ਕੀਤੀ ਵੀ ਮਾਰਕਸਵਾਦ, ਜੇਕਰ ਆਪਾਂ ਉਹਦੀ ਲੇਖਣੀ ਦੀ ਗੱਲ ਕਰੀਏ ਤਾਂ ਉਹ ਸਾਹਿਤ ਦੀ ਕਿੰਨੀ ਕੁ ਮਹੱਤਤਾ। ਇਹ ਤੋਂ ਬਿਨਾਂ, ਇਹ ਤੋਂ ਬਾਅਦ ਜਿਹੜੀਆਂ ਤੁਹਾਡੀਆਂ ਕਿਤਾਬਾਂ ਆਈਆਂ, ਉਹਦੇ ਵਿੱਚ ਤੁਸੀਂ ਕਿਹੜੇ ਵਿਸ਼ੇ ਲਏ ਨੇ? ਤਕਰੀਬਨ ਸਾਰੇ ਵਿਸ਼ੇ ਲਏ ਨੇ। ਜਿਵੇਂ ਬੜਾ ਰੌਲਾ ਪਿਆ ਸੀ ਪੰਜਾਬੀ ਸਾਹਿਤ ਦੇ ਵਿੱਚ, ਗਲੋਬਲਾਈਜੇਸ਼ਨ ਹੋ ਗਈ ਜੀ, ਗਲੋਬਲਾਈਜੇਸ਼ਨ ਹੋ ਗਈ, ਸੰਸਾਰ ਇੱਕ ਪਿੰਡ ਬਣ ਗਿਆ। ਅਸੀਂ ਐਵੇਂ ਹਵਾ 'ਚ ਤਲਵਾਰਾਂ ਮਾਰੇ ਜਾਂਦੇ ਹਾਂ, ਦਿੱਲੀ ਡੂਢ ਵਰਕਾ ਪੜ੍ਹਦੇ ਹਾਂ ਅਤੇ ਪੰਜਾਬ 'ਚ ਆ ਕੇ ਭਾਸ਼ਣ ਦੇਣ ਲੱਗ ਜਾਂਦੇ ਹਾਂ। ਭਲੇ ਉਹ ਮਾਨਸੋ, ਗਲੋਬਲਾਈਜੇਸ਼ਨ ਆਈ ਕਾਹਦੇ ਨਾਲ? ਇਹ ਤਾਂ ਚੋਰਾਂ ਨੇ ਪੰਚਾਇਤ ਨਵੀਂ ਬਣਾ ਲਈ। ਅਸੂਲ ਕੀ ਘੜਿਆ? ਵਰਲਡ ਟ੍ਰੇਡ ਆਰਗੇਨਾਈਜੇਸ਼ਨ, IMF, ਇੰਡੀਅਨ ਇੰਟਰਨੈਸ਼ਨਲ ਮੋਨੇਟਰੀ ਫੰਡ ਜੀ, ਵਰਲਡ ਬੈਂਕ, ਇਹਨਾਂ ਨੇ ਵਪਾਰੀ, ਜਿਹੜੇ ਵੱਡੇ ਵਪਾਰੀ ਨੇ, ਉਹਨਾਂ ਦੇ ਹਿੱਤਾਂ ਨੂੰ ਪ੍ਰੋਟੈਕਟ ਕਰਨ ਦੇ ਲਈ ਇੱਕ ਸੰਸਥਾ ਖੜੀ ਕਰਤੀ। ਹੁਣ ਸੰਸਥਾ ਕੀ ਹੈ? ਪਹਿਲਾਂ ਜੇ ਕਿਸੇ ਨੇ ਅਮਰੀਕਾ 'ਚੋਂ ਆ ਕੇ ਇੱਥੇ ਪੂੰਜੀ ਲਾਉਣੀ ਸੀ, ਉਹਦੀ ਬੱਸ ਕਰਾ ਦਿੰਦੇ ਸੀ ਅਗਲੇ ਗੇੜੇ ਖੜਾ। ਠੀਕ ਹੈ ਨਾ ਜੀ? ਹੁਣ ਉਹ ਕੀ ਕਰਦੇ ਆ? ਹੁਣ ਉਹ ਦਫ਼ਤਰਾਂ ਦੇ ਗੇੜੇ ਮਾਰਨ ਦੀ ਥਾਂ ਸਿੱਧਾ ਪ੍ਰਾਈਮ ਮਿਨਿਸਟਰ ਨੂੰ ਫੋਨ ਕਰਦੇ ਕਿ ਇੰਨੀ ਅਸੀਂ ਜਿਹੜੀ ਮਾਇਆ ਹੈ ਉਹ ਤੁਹਾਡੇ ਮੁਲਕ ਦੇ ਵਿੱਚ ਲਾਉਣੀ ਚਾਹੁੰਦੇ ਹਾਂ, ਇਹਦਾ ਇੰਤਜ਼ਾਮ ਕੀਤਾ ਜਾਵੇ। ਆਪ ਇਹ ਜ਼ਮੀਨ ਦਿੰਦੇ ਆ, ਆਪ ਲਾਇਸੈਂਸ ਬਣਾਉਂਦੇ ਆ, ਆਪ ਉਹਨਾਂ ਨੂੰ ਖੱਲ ਲਾਉਣ ਦਾ ਮੌਕਾ ਦਿੰਦੇ ਆ। ਉੱਥੇ ਦਿਹਾੜੀ ਹੈ ਜਿਹੜੀ ਜੇ $16 ਹੈ, $16 ਨੂੰ ਤੁਸੀਂ 80 ਨਾਲ ਗੁਣਾ ਕਰਕੇ ਦੇਖ ਲਓ, ਘੰਟੇ ਦੀ ਹੈ $16 ਉੱਥੇ। ਇੱਥੇ ਦਿਹਾੜੀ ਵੱਧ ਤੋਂ ਵੱਧ $400 ਹੋਊ। ਇਹਦਾ ਮਤਲਬ ਸਾਡੇ ਲੋਕਾਂ ਦੀ, ਮਜ਼ਦੂਰਾਂ ਦੀ ਲੁੱਟ ਇੱਥੇ ਕਿਉਂਕਿ ਸੌਖੀ ਹੋ ਸਕਦੀ ਹੈ। ਪੈਸਾ ਇੱਥੇ ਲਾਓ, ਇੱਥੋਂ ਦੇ ਸਾਧਨ ਵਰਤੋ, ਇੱਥੋਂ ਦਾ ਪਾਣੀ ਵਰਤੋ, ਇੱਥੋਂ ਦੀ ਬਿਜਲੀ ਵਰਤੋ, ਇੱਥੋਂ ਦੇ ਖਣਿਜ ਵਰਤੋ, ਅਤੇ ਚੀਜ਼ਾਂ ਬਣਾ ਕੇ ਜਿੱਥੇ ਮਰਜ਼ੀ ਤੁਸੀਂ ਵੇਚੋ, ਤੁਹਾਡੇ 'ਤੇ ਕੋਈ ਪਾਬੰਦੀ ਨਹੀਂ। ਜੇ ਕੋਈ ਹੜਤਾਲ ਹੁੰਦੀ ਹੈ ਤਾਂ ਲੋਕਾਂ ਦੇ ਜੁੱਤੀਆਂ ਮਾਰਨ ਨੂੰ ਇਹਨਾਂ ਦੀ ਪੁਲਿਸ ਕੰਮ ਕਰੇ, ਅਮਰੀਕਨਾਂ ਨੂੰ ਇਹਦੇ ਨਾਲ ਕੋਈ ਮਤਲਬ ਨਹੀਂ। ਇਸੇ ਕਰਕੇ ਹੀ ਹੁਣ ਦੇਸ਼ਾਂ ਦੇ ਵਿੱਚ ਸਰਹੱਦ ਤਾਂ ਕੋਈ ਰਹਿ ਨਹੀਂ ਗਈ। ਤਕੜਿਆਂ ਦੇ ਮਾੜਿਆਂ ਦਾ ਕਾਹਦਾ ਲੇਖਾ ਹੈ? ਜਿਹੜੇ ਤਕੜੇ ਦੇਸ਼ ਨੇ ਉਹਨਾਂ ਨੇ ਕਾਰਪੋਰੇਸ਼ਨਸ ਬਣਾ ਕੇ ਥਰਡ ਵਰਲਡ ਦੇ, ਤੀਜੀ ਦੁਨੀਆ ਦੇ ਗਰੀਬ ਦੇਸ਼ਾਂ ਨੂੰ ਲੁੱਟਣ ਦੇ ਲਈ। ਮੈਂ ਕਹਿੰਦਾ ਹੁੰਦਾ ਇੰਨੀ ਗੱਲ ਹੈ ਕਿ ਦੌਲਤ ਕਿਤੇ ਵੀ ਜਾ ਸਕਦੀ ਹੈ, ਗਰੀਬ ਲੇਬਰ ਨਹੀਂ ਜਾ ਸਕਦੀ। ਉਹ ਫਿਰ ਉਹ ਆਪ ਚੱਲ ਕੇ ਆਉਂਦੇ ਨੇ, ਇੱਥੇ ਆ ਕੇ ਇਹਨੂੰ ਲੁੱਟ ਲਈ। ਨਹੀਂ ਜੀ, ਉਹ ਜਦੋਂ ਇੱਥੋਂ ਜਾਣਗੇ ਉਹ ਭਾਅ ਮੰਗਣਗੇ। ਇਸ ਕਰਕੇ ਗਰੀਬਾਂ ਦਾ ਸਕੰਜਾ ਇਸ ਢੰਗ ਨਾਲ ਕੱਸੋ ਵੀ ਉਹਨਾਂ ਨੂੰ ਵੀਜ਼ਾ ਨਾ ਦਿਓ। ਠੀਕ ਹੈ ਨਾ? ਯਾਨੀ ਪੈਸਾ ਜਾਂ ਮਾਇਆ ਜਿਹੜੀ ਕੈਪੀਟਲ ਹੈ, ਉਹਦੀ ਇੱਕ ਤਰ੍ਹਾਂ ਦੀ ਗਲੋਬਲਾਈਜੇਸ਼ਨ ਹੋ ਗਈ, ਜਿੱਥੇ ਮਰਜ਼ੀ ਜਾਵੇ ਜੀ। ਜਿਹੜੀ ਲੇਬਰ ਹੈ ਉਹਦੀ ਲੋਕਲਾਈਜੇਸ਼ਨ ਹੋ ਗਈ, ਉਹਨੂੰ ਬੰਨ੍ਹਤਾ ਵੀ ਤੂੰ ਇੱਥੇ ਰਹਿ ਸਕਦਾ, ਬਾਹਰ ਨਹੀਂ ਕਿਤੇ ਜਾ ਸਕਦਾ। ਅਤੇ ਸਾਰਾ ਪ੍ਰੋਫਿਟ ਕਿੱਥੇ ਜਾਣਾ ਹੈ? ਨਾ ਉਹਨਾਂ ਨੇ ਪੁਲਿਸ ਸੱਦਣੀ ਹੈ। ਪਹਿਲਾਂ ਗੁਲਾਮੀ ਸੀ, ਪੁਲਿਸ ਰੱਖਦੇ ਸੀ, ਫੌਜ ਰੱਖਦੇ ਸੀ, ਥਾਣੇ ਰੱਖਦੇ ਸੀ, ਉਹਨਾਂ ਦੇ ਵੀ ਖਰਮ ਮੁੱਕਿਆ। ਹੁਣ ਵਿਸ਼ਵੀਕਰਨ ਨੇ ਇਹ ਕਰਤਾ
ਵੀ ਪੈਸਾ ਕਮਾਉਣ ਦੇ ਲਈ ਵੱਡੀਆਂ ਕਾਰਪੋਰੇਸ਼ਨ ਨੂੰ ਖੁੱਲ੍ਹ ਹੈ, ਜਿੱਥੇ ਮਰਜ਼ੀ ਆ ਕੇ ਪੈਸੇ ਲਾਉਣ, ਜਿੰਨਾ ਮਰਜ਼ੀ ਮੁਨਾਫਾ ਕਮਾਉਣ, ਸਾਨੂੰ ਇਹਦੇ ਨਾਲ ਕੋਈ ਤਰ੍ਹਾਂ ਵਾਸਤਾ ਨਹੀਂ। ਐਜ਼ ਅ ਸਿੱਖ ਚਿੰਤਨ ਆਲੋਚਕ ਦੇ ਤੌਰ ਉੱਤੇ ਇਤਿਹਾਸਿਕ ਤਵਾਰੀਖ ਨੂੰ ਤੁਸੀਂ ਕਿਵੇਂ ਦੇਖਦੇ ਹੋ? ਆਪਣੀ ਜਿਹੜੀ ਤੁਸੀਂ ਕਿਤਾਬਾਂ ਲਿਖੀਆਂ ਨੇ, ਇੱਕ ਪਰੰਪਰਾ ਪੁਰਾਤਨ ਚਿੰਤਨ ਹੈ, ਅਤੇ ਇਹ ਤੋਂ ਬਿਨਾਂ ਹੋਰ ਤੁਹਾਡੀਆਂ ਕਿਤਾਬਾਂ ਨੇ ਜਿਹੜੀਆਂ ਸਿੱਖ ਚਿੰਤਨ, ਪਰੰਪਰਾ ਅਤੇ ਪਰਿਵਰਤਨ, ਇਹ ਕਿਤਾਬਾਂ ਦੇ ਵਿੱਚ ਤੁਸੀਂ ਕਿਹੜੇ ਵਿਸ਼ਿਆਂ ਦੇ ਉੱਤੇ ਗੱਲਬਾਤ ਜਿਹੜੀ ਕੀਤੀ ਹੈ? ਜਦੋਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹੀਦ ਕੀਤਾ ਗਿਆ ਚਾਂਦਨੀ ਚੌਕ ਦੇ ਵਿੱਚ, ਕੋਈ ਬੰਦਾ ਉਹਨਾਂ ਦਾ ਸੀਸ ਚੁੱਕਣ ਦੇ ਲਈ ਨਿੱਤਰਿਆ ਨਹੀਂ ਸੀ। ਸਭ ਸਿੱਖ ਭੱਜ ਗਏ ਸੀ ਜਾਂ ਮੁੱਕਰ ਗਏ ਸੀ ਵੀ ਅਸੀਂ ਸਿੱਖ ਨਹੀਂ। ਜਦੋਂ ਭਾਈ ਜੈਤਾ ਸੀਸ ਲੈ ਕੇ ਆਇਆ ਦਿੱਲੀ, ਪਹਿਲਾਂ ਕੀਰਤਪੁਰ ਸਾਹਿਬ ਉਹਨਾਂ ਦਾ ਸਤਿਕਾਰ ਕੀਤਾ ਗਿਆ, ਉੱਥੋਂ ਜਲੂਸ ਦੀ ਸ਼ਕਲ 'ਚ ਆਨੰਦਪੁਰ ਲੈ ਕੇ ਗਏ, ਜਿੱਥੋਂ ਬਣਿਆ ਰੰਗਰੇਟੇ ਗੁਰੂ ਕੇ ਬੇਟੇ। ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਜਦੋਂ ਗੱਲ ਦੱਸੀ, ਉਹ ਕਵਿਤਾ ਤਾਂ ਲੰਬੀ ਹੈ, ਗੁਰੂ ਗੋਬਿੰਦ ਸਿੰਘ ਬੋਲਤ ਐਸੇ ਗਰਜਤ ਘਨੀਅਰ ਬੋਲਤ ਜੈਸੇ, ਜਿਵੇਂ ਬੱਦਲ ਗੱਜਦਾ ਨਾ, ਗੁਰੂ ਸਾਹਿਬ ਇਉਂ ਬੋਲੇ। ਉਹਨੂੰ ਪੁੱਛਿਆ ਵੀ ਭਾਈ ਜੈਤਾ ਬਾਕੀ ਸਿੱਖ ਕਿੱਥੇ ਸੀ, ਤੂੰ ਇਕੱਲਾ ਹੀ ਆ ਰਿਹਾ? ਕਹਿੰਦਾ ਜੀ ਕਿਹੜੇ ਸਿੱਖ, ਸਾਰੇ ਦੌੜ ਗਏ ਸੀ। ਲੱਖੀ ਸ਼ਾਹ ਵਣਜਾਰੇ ਨੇ ਆਪਣੇ ਘਰ ਨੂੰ ਅੱਗ ਲਾਈ ਰਕਾਬਗੰਜ ਵਾਲੀ ਥਾਂ 'ਤੇ ਸੰਸਕਾਰ ਕਰਨ ਦੇ ਲਈ। ਫਿਰ ਗੁਰੂ ਸਾਹਿਬ ਨੇ ਆਪਣੇ ਮਨ ਨੂੰ ਸਵਾਲ ਕੀਤਾ ਵੀ ਸਾਨੂੰ, ਕਿਉਂਕਿ ਪਹਿਲੀ ਉਦਾਸੀ 1499 'ਚ ਲਾਈ ਸੀ ਗੁਰੂ ਨਾਨਕ ਸਾਹਿਬ ਨੇ, ਵੀ ਸਾਨੂੰ 250 ਸਾਲ ਹੋ ਗਏ ਇਹ ਮਾਲਾ ਫੇਰ ਨਹੀਂ ਸਿਖਾਈ, ਅਸੀਂ ਇਹਨਾਂ ਨੂੰ ਖੜਨ ਵਾਲਾ ਬੰਦਾ ਹੀ ਨਹੀਂ ਕੋਈ। ਫਿਰ ਉਹਨਾਂ ਨੇ ਕਿਹਾ ਵੀ ਹੁਣ ਮੈਂ ਇਹੋ ਜਿਹਾ ਪੰਥ ਬਣਾਊਂਗਾ, ਮੇਰਾ ਸਿੰਘ ਹਜ਼ਾਰਾਂ 'ਚੋਂ ਖੜਾ ਇੱਕ ਪਛਾਣਿਆ ਜਾਊਗਾ, ਜਿਵੇਂ ਮਿਰਗਾਂ ਦੇ ਵਿੱਚ ਸ਼ੇਰ ਹੁੰਦਾ, ਜਿਵੇਂ ਬਗਲਿਆਂ ਦੇ ਵਿੱਚ ਹੰਸ ਹੁੰਦਾ। ਉਹਨੂੰ ਜੇ ਕੋਈ ਬੰਦਾ ਆਪਣੇ ਆਪ ਨੂੰ ਅਲੱਗ ਕਰਨਾ ਵੀ ਚਾਹੂ, ਅਲੱਗ ਕਰ ਨਹੀਂ ਸਕੂ। ਹੁਣ ਗੁਰੂ ਸਾਹਿਬ 1675 'ਚ ਸ਼ਹੀਦ ਹੁੰਦੇ ਨੇ। ਇਸ ਸਮੱਸਿਆ ਬਾਰੇ 24 ਸਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸੋਚਿਆ ਵੀ ਇਹਦਾ ਹੱਲ ਕੀ ਕੀਤਾ ਜਾਵੇ। ਸਿੱਖ ਧਰਮ ਦੇ ਵਿੱਚ ਦੋ ਵੱਡੇ ਮੋੜ ਆਏ। ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਤੋਂ ਬਾਅਦ ਸਾਡੀ ਸਿੱਖ ਜਥੇਬੰਦੀ ਨੇ ਹਥਿਆਰਬੰਦ ਘੋੜ ਨੂੰ ਅਪਣਾ ਲਿਆ ਸੀ, ਘੋੜੇ ਆ ਗਏ ਸੀ, ਤਲਵਾਰਾਂ ਆ ਗਈਆਂ ਸੀ, ਯੋਧੇ ਆ ਗਏ ਸੀ। ਗੁਰੂ ਸਾਹਿਬ ਨੇ ਫੌਜ ਖੜੀ ਕਰ ਲਈ ਸੀ, ਅਕਾਲ ਤਖਤ ਬਣਾ ਲਿਆ ਸੀ, ਹੋਇਆ ਨਾ ਜੀ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖਾਲਸਾ ਪੰਥ ਦੀ ਸਾਧਨਾ ਕੀਤੀ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਜੀ, ਠੀਕ ਹੈ ਨਾ। ਹੁਣ ਉਹ ਜਿਹੜੇ ਸਿੱਖ ਸੀ, ਜੋ ਘਰਾਂ ਨੂੰ ਤੇ ਮਾਇਆ ਨੂੰ ਪਿਆਰ ਕਰਨ ਵਾਲੇ ਹੁੰਦੇ, ਤੇ ਸਿੱਖ ਧਰਮ ਦਾ ਅੱਜ ਇਹ ਰੂਪ ਨਾ ਹੁੰਦਾ। ਲੇਕਿਨ ਹੁਣ ਜਿਹੜਾ ਸਿੱਖ ਅਸੀਂ ਅੱਜ ਦੇਖਦੇ ਹਾਂ, ਉਹ ਤੁਸੀਂ ਦੇਖੋ, ਉਹਦੇ ਬਾਰੇ ਮੈਨੂੰ ਪਾਤਰ ਦਾ ਸ਼ੇਰ ਯਾਦ ਆ ਰਿਹਾ ਕਿ ਡੂੰਘੇ ਵੈਣਾ ਦਾ ਕੀ ਮਿਲਣਾ, ਤਖਤ ਦੇ ਪਾਵੇ ਮਿਣੀਏ, ਜਦ ਤੱਕ ਉਹ ਲਾਸ਼ਾਂ ਗਿਣਦੇ ਨੇ ਆਪਾਂ ਵੋਟਾਂ ਗਿਣੀਏ, ਚੋਣ ਨਿਸ਼ਾਨ ਸਿਵਾ ਹੈ ਸਾਡਾ, ਇਸ ਨੂੰ ਬੁਝਣ ਨਾ ਦੇਈਏ, ਚੁੱਲ੍ਹਿਆਂ ਵਿੱਚੋਂ ਕੱਢ ਕੱਢ ਲੱਕੜਾਂ ਇਸ ਦੀ ਅੱਗ ਵਿੱਚ ਚਿਣੀਏ। ਗੁਰੂ ਸਾਹਿਬ ਨੇ ਤਾਂ ਪਰਿਵਾਰ, ਅਸੀਂ ਐਵੇਂ ਥੋੜ੍ਹਾ ਮੱਥੇ ਟੇਕਦੇ ਹਾਂ। ਇੱਕ ਬੱਚਾ ਸਕੂਲੋਂ ਨਾ ਆਵੇ, ਸਾਡੇ ਅਥਰੂ ਨਹੀਂ ਸੋਕਦੇ। ਇੱਕ ਬਾਪ ਕਹਿੰਦਾ ਨਹੀਂ ਹੁਣ ਤੇਰਾ ਪਾਣੀ ਯੁੱਧ ਦੇ ਮੈਦਾਨ 'ਚ ਹੀ ਹੈ। ਸਮੇਂ ਦੇ ਬਦਲਾਵ ਦੇ ਨਾਲ ਸਿੱਖੀ ਦਾ ਜਿਹੜਾ ਇਨਕਲਾਬੀ ਗਿਰੀ ਸੀ, ਉਹ ਇਹਨਾਂ ਜਗੀਰਦਾਰਾਂ ਨੇ ਖਾ ਲਈ, ਕਬਜ਼ਾ ਕਰ ਲਿਆ। ਗਰੀਬ ਲੋਕ ਜਿਨ੍ਹਾਂ ਨੇ ਗੁਰੂ ਸਾਹਿਬ ਦੇ ਮੋਢੇ ਨਾਲ ਮੋਢਾ ਢਾਹ ਕੇ ਜੰਗ ਲੜੀ, ਤੁਸੀਂ ਦੇਖਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕਿੰਨੇ ਮੁਸਲਮਾਨਾਂ ਨੇ ਪਨਾਹ ਦਿੱਤੀ। ਜੇ ਨਬੀ ਖਾਂ ਤੇ ਗਨੀ ਖਾਂ ਪਨਾਹ ਨਾ ਦਿੰਦੇ, ਗੁਰੂ ਸਾਹਿਬ ਤਾਂ ਮਾਛੀਵਾੜੇ ਕੰਮ ਮੁੱਕ ਜਾਂਦਾ। ਠੀਕ ਹੈ ਨਾ ਜੀ। ਇਵੇਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਨਵਾਬ ਸੈਫਾਦੀਨ ਨੇ ਇੱਥੇ ਰੱਖਿਆ 4 ਮਹੀਨੇ, ਔਰੰਗਜ਼ੇਬ ਦਾ ਰਿਸ਼ਤੇਦਾਰ ਸੀ। ਇਹਦਾ ਭਰਾ ਔਰੰਗਜ਼ੇਬ ਦਾ ਭਗਵਤ ਭਰਾ ਬਣਿਆ ਹੋਇਆ ਸੀ ਜੀ। ਉਹਨਾਂ ਨੇ ਥਾਂ ਥਾਂ 'ਤੇ ਲਿਖਿਆ ਵੀ ਸਾਡੀ ਮੁਸਲਮਾਨਾਂ ਨਾਲ ਕੋਈ ਲੜਾਈ ਨਹੀਂ, ਸਾਡੀ ਲੜਾਈ ਧਰਮ ਦੇ ਨਾਂ 'ਤੇ ਕੀਤੇ ਜਾ ਰਹੇ ਜ਼ੁਲਮ ਨਾਲ ਹੈ। ਸੋ ਭਰਾਵੋ, ਹੁਣ ਜਦੋਂ ਗੁਰੂ ਸਾਹਿਬ ਜਿਹੜੇ ਬੰਦੇ ਨਹੀਂ ਰਹੇ, ਤੇ ਹੁਣ ਆਪਾਂ ਦੇਖਦੇ ਹਾਂ ਜਿਹੜੀ ਦੁਕਾਨਦਾਰੀ ਆ ਨਾ, ਇਹ ਵਧੀਆ ਬੰਦਾ ਪੈਦਾ ਨਹੀਂ ਕਰ ਸਕਦੀ।
ਬਟ ਇਸੇ ਇੱਕ ਗੱਲ ਹੋਰ, ਜਿਵੇਂ ਤੁਸੀਂ ਕਾਫੀ ਨਿੱਠ ਕੇ ਲਿਖਿਆ ਇਹਦੇ ਬਾਰੇ, ਤੁਸੀਂ ਪੜ੍ਹਿਆ ਤੇ ਆਪ ਤੁਸੀਂ ਇਹਦੇ ਬਾਰੇ ਚੰਗੀ ਸਮਝ ਰੱਖਦੇ ਹੋ। ਬਦਲਦੇ ਵਕਤ ਦੇ ਨਾਲ ਧਰਮ ਦੀ ਜਿਹੜੀ ਇਤਿਹਾਸਿਕ ਘਟਨਾਵਾਂ ਨੇ ਉਹਨਾਂ ਨੂੰ ਦੀ ਪੇਸ਼ਕਾਰੀ ਵੀ ਇੱਕ ਤਰੀਕੇ ਦੇ ਨਾਲ ਇਦਾਂ ਕੀਤੀ ਜਾਂਦੀ ਹੈ ਵੀ ਇਹ ਤਾਂ ਹੋ ਹੀ ਨਹੀਂ ਸਕਦਾ ਸੀ, ਹਨਾ। ਤਾਂ ਉਹ ਉਂਗਲੀ ਚੁੱਕੀ ਜਾਂਦੀ ਆ ਗੁਰੂਆਂ ਦੇ ਉੱਤੇ ਵੀ ਨਹੀਂ ਜੀ ਇੱਦਾਂ ਕਿੱਦਾਂ ਹੋ ਗਿਆ, ਸਭ ਇੰਨੇ ਲੋਕਾਂ ਨਾਲ ਨਹੀਂ ਲੜ ਸਕਦੇ, ਜਾਂ ਉਹਨਾਂ ਦੇ ਬੋਲਾਂ ਨਾਲ ਇਹ ਨਹੀਂ ਸੰਭਵ ਹੋ ਸਕਦਾ, ਇਹ ਅੰਧ ਵਿਸ਼ਵਾਸ ਹੈ। ਤਾਂ ਧਰਮ ਨੂੰ ਜਿਵੇਂ ਅੰਧ ਵਿਸ਼ਵਾਸ ਨਾਲ ਜੋੜੇ ਦਿੱਤਾ, ਪਰ ਉਹ ਜਿਹੜੇ ਪੀਰ ਪੈਗੰਬਰ ਹੋਏ ਨੇ ਉਹਨਾਂ ਦੇ ਬੋਲਾਂ ਦੀ ਸ਼ਕਤੀ ਨੂੰ, ਉਹਨਾਂ ਦੇ ਕੀਤੇ ਕੰਮਾਂ ਨੂੰ, ਉਹਨਾਂ ਦੇ ਦਿੱਤੇ ਆਸ਼ੀਰਵਾਦਾਂ ਨੂੰ, ਬਚਨਾਂ ਉੱਤੇ ਵੀ ਕਿੰਤੂ ਕੀਤਾ ਜਾਂਦਾ ਹੈ, ਉਹਨਾਂ ਦੀ ਤਾਕਤ ਉੱਤੇ ਕਿੰਤੂ ਕੀਤਾ ਜਾਂਦਾ। ਇਹ ਕਿਉਂ ਹੋ ਰਿਹਾ ਹੈ? ਇਹਦੀ ਤੁਸੀਂ ਵਜ੍ਹਾ ਕੀ ਮੰਨਦੇ? ਦੇਖੋ, ਦੋ ਗੱਲਾਂ ਨੇ। ਧਰਮ ਵਿਸ਼ਵਾਸ ਤੇ ਟਿਕਿਆ ਹੋਇਆ ਹੈ, ਜਿੰਨਾ ਚਿਰ ਤੱਕ ਵਿਸ਼ਵਾਸ ਹੈ ਉਹਨਾਂ ਤੱਕ ਧਰਮ ਹੈ। ਸਾਇੰਸ ਤੇ ਦੁਨੀਆਦਾਰੀ ਅਕਲ ਤੇ ਟਿਕੀ ਹੋਈ ਹੈ। ਅਕਲ ਨਾਲ ਤੁਸੀਂ ਸਿੱਧ ਕਰ ਦਿਓਗੇ ਤੁਸੀਂ ਸੱਚੇ ਹੋ, ਨਹੀਂ ਤੁਸੀਂ ਝੂਠੇ ਹੋ। ਤੁਸੀਂ ਤਾਂ ਗੁਰੂ ਦੇ ਸਿੱਖਾਂ ਦੀ ਗੱਲ ਕਰਦੇ ਹੋ। ਸ਼ਹੀਦ ਭਗਤ ਸਿੰਘ ਉਸ ਹਿਸਾਬ ਨਾਲ ਕੋਈ ਕੱਟੜ ਸਿੱਖ ਵੀ ਨਹੀਂ ਸੀ, ਸੁਖਦੇਵ ਸਿੱਖ ਨਹੀਂ ਸੀ, ਠੀਕ ਹੈ ਨਾ। ਇਹਨਾਂ ਬੰਦਿਆਂ ਨੇ ਤੁਹਾਡੇ ਸਾਹਮਣੇ ਇੱਕ ਹੋਰ ਐਗਜ਼ਾਮਪਲ ਮੈਂ ਦੇਣੀ ਚਾਹੁੰਦਾ। ਅੰਮ੍ਰਿਤਸਰ ਕੂਕਾ ਲਹਿਰ ਦੇ ਵੇਲੇ ਚਟਕਈ ਸੀ, ਜਿਹੜੇ ਪਹਿਲਾਂ ਗਊ ਹੱਤਿਆ ਅੰਗਰੇਜ਼ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਮਨ੍ਹਾ ਸੀ। ਅੰਗਰੇਜ਼ਾਂ ਨੇ ਤਾਕਤ ਗ੍ਰਹਿਣ ਕਰਨ ਸਾਰ ਮੁਸਲਮਾਨਾਂ ਨੂੰ ਕਿਹਾ ਵੀ ਤੁਸੀਂ ਵੇਚੋ, ਅਸੀਂ ਬੈਠੇ ਤੁਹਾਡੇ ਪਿੱਛੇ। ਉਹ ਜਦੋਂ ਮਾਸ ਖੁੱਲ੍ਹਾ ਵਿਕਦਾ ਸੀ, ਕੁਛ ਹੱਡੀਆਂ, ਮਾਸ, ਗਿਲਜਾਂ, ਕਾਂ, ਉਹ ਹਰਿਮੰਦਰ ਸਾਹਿਬ ਦੀ ਪਰਿਕਰਮਾ 'ਚ ਵੀ ਸੁੱਟ ਦਿੰਦੇ ਸੀ। ਕੂਕੇ ਨੂੰ ਗੁੱਸਾ ਆਇਆ ਤੇ ਉਹਨਾਂ ਨੇ ਉਹ ਸਾਰੇ ਦੀ ਸਾਰੇ ਕਸਾਈ ਮਾਰਤੇ। ਮਾਰ ਕੇ ਉਹ ਲੋਕ ਗਏ। ਕਿਸੇ ਨੂੰ ਨਹੀਂ ਪਤਾ ਲੱਗਿਆ ਵੀ ਕੌਣ ਹੈ। ਜਿਹੜੀ ਅੰਗਰੇਜ਼ ਕੌਮ ਆਪਣੇ ਆਪ ਨੂੰ ਬਹੁਤ ਸਮਝਦੀ ਹੈ ਨਾ ਵੀ ਸਾਡੇ ਜਿੰਨਾ ਤੇਜ਼ ਕੋਈ ਨਹੀਂ, 4 ਬੰਦੇ ਹੋਰ ਇਹ ਨਾਮਜ਼ਦ ਕਰਕੇ ਉਹਨਾਂ ਨੂੰ ਫਾਂਸੀ ਦਾ ਹੁਕਮ ਦਿੱਤਾ। ਉਹ ਕੂਕੇ ਸਿੱਖ ਗੁਰੂ ਮਹਾਰਾਜ ਪਾਸ ਰਾਮ ਸਿੰਘ ਪਾਸ ਪਹੁੰਚੇ ਤੇ ਸਤਿਗੁਰੂ ਰਾਮ ਸਿੰਘ ਪਾਸ। ਉਹ ਕਹਿੰਦੇ ਜੀ ਵੀ ਕਤਲ ਤਾਂ ਸਾਤੋਂ ਹੋਇਆ। ਉਹ ਕਹਿੰਦੇ ਵੀ ਤੁਸੀਂ ਕਾਹਦੇ ਸਿੱਖ ਹੋ? ਤੁਸੀਂ ਆਪਣੀ ਥਾਂ ਤੇ ਬੇਦੋਸ਼ਿਆਂ ਨੂੰ ਸੂਲੀ ਚੜਾਉਣ ਲੱਗੇ ਹੋ, ਜੇ ਬੰਦੇ ਦੇ ਪੁੱਤੋਂ ਸਾਹਮਣਾ ਕਰੋ। ਉਹ ਬੰਦੇ ਆਪ ਗਏ, ਇਕਬਾਲ ਕੀਤਾ, 2 ਸ਼ਰਤਾਂ ਰੱਖੀਆਂ ਵੀ ਚਮੜੇ ਦਾ ਰੱਸਾ ਸਾਡੇ ਗਲ 'ਚ ਨਾ ਪਾਇਆ ਜਾਵੇ, ਤੇ ਕੋਈ ਬੰਦਾ ਸਾਡੇ ਰੱਸੇ ਨੂੰ ਹੱਥ ਨਾ ਲਾਵੇ, ਤੇ ਸਾਨੂੰ ਫਾਂਸੀ ਦੇਣ ਤੋਂ ਪਹਿਲਾਂ ਸਰੋਵਰ ਵਿੱਚ ਇਸ਼ਨਾਨ ਕਰਨ ਦੀ ਇਜਾਜ਼ਤ ਦਿੱਤੀ ਜਾਵੇ। ਇਜਾਜ਼ਤ ਲਈ 4 ਨੇ ਗਲਾਂ 'ਚ ਪਾਏ, ਆਪ ਹੱਥ ਨਾਲ ਫੰਦੇ ਤੇ ਸ਼ਹੀਦ ਹੋ ਗਏ। ਇਹ ਫਿਰ ਤੁਸੀਂ ਕੀ ਸਮਝਦੇ ਹੋ? ਇਹ ਕੋਈ ਮਾਮੂਲੀ ਮਨੁੱਖੀ ਤਾਕਤ ਹੈ? ਇਸ ਕਰਕੇ ਮੈਂ ਇਹਨਾਂ ਗੱਲਾਂ ਨਾਲ, ਦੇਖੋ, ਅੰਧ ਵਿਸ਼ਵਾਸ ਬਹੁਤ ਗੱਲਾਂ 'ਚ ਹੈ, ਇਕੱਲੇ ਧਰਮ 'ਚ ਨਹੀਂ ਹੈ, ਹੋਰ ਬਹੁਤ ਗੱਲਾਂ 'ਚ। ਅੰਧ ਵਿਸ਼ਵਾਸ ਦੀ ਵੀ ਇੱਕ ਆਪਣੀ ਹਿਸਟਰੀ ਹੈ, ਇਹਦਾ ਇੱਕ ਆਪਣਾ ਇਤਿਹਾਸ ਹੈ ਬਹੁਤ ਲੰਬੇ ਸਮੇਂ ਦਾ, ਜਿਹੜੇ ਸਾਡੀ ਲੋਕ ਧਾਰਾ ਦੇ ਵਿੱਚ ਹੈ। ਹੁਣ ਅਸੀਂ ਆਉਂਦੇ ਹਾਂ ਤੇਲ 'ਚ ਆਉਂਦੇ ਹਾਂ, ਹਾਂਜੀ। ਹੁਣ ਕਿਸੇ ਜ਼ਮਾਨੇ ਤਾਂ ਮੈਨੂੰ ਲੱਗਦਾ ਹੁੰਦਾ ਵੀ ਲੱਕੜ ਦੇ ਤਖਤੇ ਸੀ ਜਿਹੜੇ ਵਿਚਾਰੇ ਖੁੱਲ੍ਹਦੇ ਹੀ ਮਸਾਂ ਸੀ, ਤੇਲ ਇਸ ਕਰਕੇ ਦਿੰਦੇ ਹੋਣਗੇ ਵੀ ਚੱਲ ਸੌਖੇ ਖੁੱਲ੍ਹ ਜਾਣਗੇ। ਹੁਣ ਜਦੋਂ ਬੈਟਰੀ ਨਾਲ ਖੁੱਲ੍ਹਣ ਵਾਲੇ ਆ ਗਏ, ਹੁਣ ਤੇਲ ਦੀ ਕੀ ਲੋੜ ਹੈ? ਪਰ ਪਰੰਪਰਾਵਾਂ ਰਾਤੋਂ ਰਾਤ ਨਹੀਂ ਮਿਟਦੀਆਂ ਹੁੰਦੀਆਂ, ਇਹਨੂੰ ਬਹੁਤ ਟਾਈਮ ਲੱਗਦਾ। ਕਈ ਵਾਰ ਭੱਟੀ ਸਾਹਿਬ ਪਰੰਪਰਾ ਦਾ ਜਿਵੇਂ ਕਹਿ ਦਈਏ ਨਾ, ਉਹਦੀ ਭਾਵਨਾ ਜਿਹੜੀ ਉਹਦੇ 'ਤੇ ਵੀ ਕੰਮ ਕਰਨ ਦੀ ਲੋੜ ਹੁੰਦੀ ਹੈ। ਕਿਉਂਕਿ ਤੇਲ ਚੋਣ ਦਾ ਜਿਵੇਂ ਤੁਸੀਂ ਦੱਸਿਆ ਵੀ ਇਹ ਹੋ ਸਕਦਾ ਵੀ ਚਲੋ ਤੇਲ ਕਿਸੇ ਜ਼ਮਾਨੇ 'ਚ ਸੀ, ਪਰ ਹੁਣ ਜੇ ਆਪਾਂ ਤੇਲ ਚੋਣ ਦੀ ਗੱਲ ਕਰੀਏ ਤਾਂ ਆਪਾਂ ਮਤਲਬ ਇਹਦੀ ਆਓ ਭਗਤ ਹੈ ਵੀ ਸਾਡੇ ਘਰ 'ਚ ਆਉਂਦਾ, ਉਹਦੇ ਮਾਇਨੇ ਬਦਲ ਜਾਂਦੇ ਨੇ। ਕਿਸੇ ਜ਼ਮਾਨੇ ਦੇ ਵਿੱਚ ਨਾ, ਕਰਨਵੀਰ ਜੀ, ਤੁਸੀਂ ਬੜਾ ਮਸ਼ਹੂਰ ਕੀਤਾ, ਠੋਡੀ ਉੱਤੇ ਤਿਲ ਤੇਰੀ ਬਾਂਹ ਤੇ ਮੋਰਨੀ, ਨੀ ਤੂੰ ਮੱਥੇ ਉੱਤੇ ਚੰਨ ਫਣਵਾਈ ਫਿਰਦੀ ਹੰਸਰਾਜ ਕੁੜੀਏ। ਹਾਂ ਜੀ, ਪਹਿਲਾਂ ਜਦੋਂ ਪਿੰਡਾਂ 'ਚ ਬੁੜੇ ਸਿੰਗੀਆਂ ਲਵਾਉਂਦੇ ਸੀ, ਇੱਥੇ ਨੀਲੇ ਜਿਹੇ ਨਿਸ਼ਾਨ ਪੈ ਜਾਂਦੇ ਸੀ। ਬਾਂਹ 'ਤੇ ਨੌ ਖਦਵਾਉਣਾ, ਮੱਥੇ 'ਤੇ ਚੰਨ ਖਦਵਾ ਲੈਣਾ, ਪੱਟਾਂ 'ਤੇ ਮੋਰਨੀਆਂ ਪਵਾ ਲੈਣੀਆਂ। ਹੁਣ ਇਹ ਸ਼ਿੰਗਾਰ ਦਾ ਚਿੰਨ੍ਹ ਨੇ।
ਕਿਸੇ ਜ਼ਮਾਨੇ 'ਚ ਇਹ ਲੋਕਾਂ ਦੀ ਦੁੱਖਾਂ ਦਾ ਇਲਾਜ ਸੀ। ਇਹ ਪੈਥੀ ਸੀ ਇੱਕ, ਜੀ ਸਮਝਾ ਗਈ ਨਾ। ਉਹ ਪੈਥੀ, ਜਿਵੇਂ ਮੈਂ ਪਹਿਲਾਂ ਗੱਲ ਕਰਕੇ ਹਟਿਆ ਵੀ ਪੈਥੀ ਤਾਂ ਹੁਣ ਪਿੱਛੇ ਰਹਿ ਗਈ, ਪੈਥੀ ਦੀ ਥਾਂ ਤੇ ਬਦਲਵੀਆਂ ਪੈਥੀਆਂ ਆ ਗਈਆਂ, ਪਰ ਉਹ ਪਰੰਪਰਾ ਕਿਸੇ ਨਾ ਕਿਸੇ ਰੂਪ ਵਿੱਚ ਅੱਜ ਵੀ ਚਾਲੂ ਹੈ, ਜਿਹਨੂੰ ਹੋਰ ਤਰ੍ਹਾਂ ਇਹਦੇ ਬਾਰੇ ਕਿਤਾਬਾਂ ਲਿਖੀਆਂ ਮਿਲਦੀਆਂ ਨੇ ਜੀ, ਬਹੁਤ ਮਿਲਦੀਆਂ ਨੇ। ਸੋ ਮੇਰਾ ਤਾਂ ਮਤਲਬ ਇਹ ਹੈ ਕਿ ਜਿੱਥੋਂ ਵੀ ਚੰਗੀ ਚੀਜ਼ ਮਿਲੇ ਲੈਣੀ ਚਾਹੀਦੀ ਹੈ, ਮਨੁੱਖਾਂ ਦੀ ਬਰਾਬਰੀ ਲਈ, ਆਜ਼ਾਦੀ ਲਈ, ਏਕਤਾ ਲਈ, ਗਿਆਨ ਲਈ। ਤੁਸੀਂ ਕਹਿੰਦੇ ਲੋਕਾਂ ਨੂੰ ਗਿਆਨ ਨਹੀਂ, ਅੰਗਰੇਜ਼ਾਂ ਨੇ ਆਉਣ ਸਾਰ ਜਿਹੜੇ ਮਹਾਰਾਜਾ ਰਣਜੀਤ ਸਿੰਘ ਵੇਲੇ ਮਦਰਸੇ ਚੱਲਦੇ ਸੀ, ਮਸੀਤਾਂ ਦੇ ਵਿੱਚ, ਗੁਰਦੁਆਰਿਆਂ ਦੇ ਵਿੱਚ ਪੜ੍ਹਾਏ ਜਾਂਦੇ ਸੀ, ਮੰਦਰਾਂ 'ਚ ਪੜ੍ਹਾਏ ਜਾਂਦੇ, ਉਹ ਸਭ ਬੰਦ ਕਰਾ ਕੇ ਸਕੂਲ ਸਿਸਟਮ ਲੈ ਆਉਂਦਾ। ਆ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿੰਨੇ ਅੱਛੇ ਕੰਮ ਕਰ ਰਹੀ ਹੈ, ਕਿੰਨੇ ਚੰਗੇ ਸਕੂਲ ਖੋਲ੍ਹੇ। ਹੁਣ ਆਪਾਂ ਇਹ ਕਹਿ ਕੇ ਵੀ ਇਹ ਸਿੱਖਾਂ ਦੇ ਸਕੂਲ ਨੇ, ਉਹਨਾਂ ਨੂੰ ਬੁਰੇ ਮੰਨੀ ਜਾਈਏ, ਮੇਰਾ ਖਿਆਲ ਹੈ ਇਹ ਚੰਗੀ ਸੋਚ ਨੂੰ ਗਵਾਰਾ ਨਹੀਂ। ਤੇ ਪੱਟੀ ਸਾਹਿਬ, ਚਲੋ ਨਾਲ ਦੀ ਨਾਲ ਹੁਣ ਇੱਕ ਜਿਵੇਂ ਸਿੱਖਿਆ ਦਾ ਜ਼ਿਕਰ ਕੀਤਾ ਜੀ, ਤਾਂ ਆਪਾਂ ਪਹਿਲਾਂ ਜ਼ਿਕਰ ਕਰ ਰਹੇ ਸੀ ਵੀ ਜਦੋਂ ਬਾਬੇ ਨਾਨਕ ਦੀ ਗੱਲ ਕਰਦੇ ਹਾਂ ਤਾਂ ਉਹ ਸਮੇਂ ਵੰਡੀਆਂ ਕਿੰਨੀਆਂ ਸੀ। ਸਭ ਤੋਂ ਵੱਡਾ ਤਾਂ ਇਹ ਹੈ ਵੀ ਧਰਮ ਦੇ ਵਿੱਚ, ਦੂਜੇ ਧਰਮਾਂ 'ਚ ਇਹ ਕਿਹਾ ਜਾਂਦਾ ਸੀ ਵੀ ਜਿਹੜਾ ਨੀਵੀਂ ਜਾਤ ਵਾਲਾ ਸ਼ੂਦਰ ਆ, ਇਹਦੇ ਕੰਨਾਂ 'ਚ ਤਾਂ ਜੇ ਗੁਰਬਾਣੀ ਪੈ ਗਈ ਜਾਂ ਜੋ ਉਹਨਾਂ ਧਾਰਮਿਕ ਗ੍ਰੰਥੀ ਪੈ ਗਈ ਤਾਂ ਇਹਦੇ ਕੰਨਾਂ 'ਚ ਪਾਰਾ ਜੋ ਵੀ ਪਾ ਦਿਓ, ਮੈਨੂੰ ਕਰ ਦਿਓ, ਜੇ ਇਹਨੇ ਮੂੰਹ ਤੋਂ ਉਚਾਰ ਲਈ ਤਾਂ ਇਹਦੀ ਜੀਭ ਵੱਢ ਦਿਓ। ਤਾਂ ਇਹ ਚੀਜ਼ਾਂ ਸੀਗੀਆਂ, ਹੁੰਦਾ ਰਿਹਾ ਵੀ ਇਹ ਬਾਣੀ ਨਹੀਂ ਪੜ੍ਹ ਸਕਦੇ। ਔਰਤਾਂ ਦੀ ਤਾਂ ਗਿਣਤੀ ਹੋਣੀ ਸੀ, ਉਹਨੂੰ ਤਾਂ ਬਾਹਰ ਹੀ ਰੱਖਦੇ ਸੀ। ਸ਼ੂਦਰ ਟਿੰਡ ਵਜਾਉਂਦੇ ਆਉਂਦੇ ਹੁੰਦੇ ਸੀ ਵੀ ਜੋ ਕੋਈ ਰਾਹ ਦੇ ਵਿੱਚ ਸੁਨਹਿਰੀ ਜਾਤ ਦਾ ਬੰਦਾ ਆ ਰਿਹਾ ਤਾਂ ਪਰੇ ਹੋ ਜਾਵੇ, ਰਾਹ ਚੋਂ ਪਰੇ ਹੋ ਜਾਵੇ। ਇਹੋ ਜਿਹੀ ਜਲਾਲਤ ਅਸੀਂ ਇਸ ਦੇਸ਼ ਦੇ ਵਿੱਚ ਝੱਲੀ ਹੈ ਲੋਕਾਂ ਨੇ। ਬਟ ਇਹ ਜਿਹੜਾ ਸਮਾਂ ਸੀ ਉਹਦੇ ਵਿੱਚ, ਜਿਵੇਂ ਹੁਣ ਇਤਿਹਾਸਿਕ ਆਪਾਂ ਵਿਅਕਤੀਆਂ, ਤਵਾਰੀਖੀ ਵਿਅਕਤੀਆਂ ਦੀ ਗੱਲ ਕਰਦੇ ਹਾਂ, ਸਿੱਖ ਧਰਮ ਵਿੱਚ ਇਤਿਹਾਸਿਕ ਜਦੋਂ ਸ਼ਖਸੀਅਤਾਂ ਦੀ ਗੱਲ ਆਉਂਦੀ ਹੈ ਤਾਂ ਕਿਹਾ ਜਾਂਦਾ ਵੀ ਜਿਹੜੀ ਛੋਟੀ ਜਾਤ ਦੇ ਲੋਕ ਸੀਗੇ ਉਹਨਾਂ ਨੇ ਪਰਪੱਕਤਾ ਦੇ ਨਾਲ ਸਿੱਖੀ ਨਿਭਾਈ ਹੈ। ਕਿੱਥੇ ਜੇਕਰ ਆਉਂਦਾ ਹੈ ਨਾ ਭਾਈ ਜੱਤਾ ਜੀ ਦਾ ਜਾਂ ਲਖੀਸ਼ਾ ਬਣਜਾਰਾ ਜੀ ਦੀ ਗੱਲ ਕਰੀਏ, ਭਾਈ ਮਨੀ ਸਿੰਘ ਦੇ ਪਰਿਵਾਰ ਵਿੱਚੋਂ 16 ਬੰਦੇ ਸ਼ਹੀਦ ਹੋਏ ਨੇ ਜੀ, ਤੇ ਮੋਤੀ ਰਾਮ ਮਹਿਰਾ ਜੀ ਉਹਨਾਂ ਕਿੰਨੇ ਦੀ ਗੱਲ ਕਰੀਏ ਹੈ ਨਾ। ਤੇ ਉਹਦੇ ਨਾਲ ਨਾਲ ਜਦੋਂ ਇੱਕ ਸਿੱਖਿਆ ਦੀ ਗੱਲ ਵੀ ਆਉਂਦੀ ਆ ਵੀ ਸ਼ੂਦਰ ਭਾਈਚਾਰੇ ਨੂੰ ਉਦੋਂ ਪੜ੍ਹਾਇਆ ਵੀ ਨਹੀਂ ਜਾਂਦਾ ਸੀ, ਜਮੇ ਪਰੇ ਗੱਲ ਸੀ। ਪਰ ਗੁਰੂ ਮਹਾਰਾਜ ਨੇ, ਗੁਰੂ ਗੋਬਿੰਦ ਸਿੰਘ ਜੀ ਨੇ ਫਿਰ ਪਾਈ ਵੀ ਵੱਧ ਤੋਂ ਵੱਧ ਜਿਹੜਾ ਤੁਸੀਂ ਪੜ੍ਹੋ, ਸਾਰੇ ਪੜ੍ਹੋ। ਤੇ ਉਹਦੇ ਵਿੱਚੋਂ ਇੱਕ ਨਿਰਮਲਾ ਸੰਪਰਦਾ ਜਿਹੜੀ ਉਹ ਸਿੱਖ ਧਰਮ ਵਿੱਚ ਚਲੀ ਆ ਰਹੀ ਸੀ ਖਾਸ ਤੌਰ ਤੇ, ਇਹਦੇ ਬਾਰੇ ਸਾਡੇ ਨਾਲ ਇਤਿਹਾਸਿਕ ਥੋੜ੍ਹੀ ਜਿਹੀ ਸਾਂਝ ਪਾਓ। ਇਹਦਾ ਪੜ੍ਹਾਈ ਦੇ ਨਾਲ ਕਿਵੇਂ ਸੰਬੰਧ ਜੁੜਿਆ, ਕਿਵੇਂ ਸਿੱਖ ਧਰਮ ਦੇ ਵਿੱਚ ਇਹ ਚੀਜ਼ ਦਾ ਪ੍ਰਚਾਰ ਕੀਤਾ ਗਿਆ? ਭੰਗਾਣੀ ਦੇ ਯੁੱਧ ਤੋਂ ਬਾਅਦ ਗੁਰੂ ਸਾਹਿਬ ਨੇ ਸਿੱਖਾਂ ਨੂੰ ਸੱਦਿਆ ਤੇ ਭੰਗਾਣੀ ਦੇ ਯੁੱਧ ਦੇ ਵਿੱਚ ਪੀਰ ਬੁੱਧੂ ਸ਼ਾਹ ਜਿਹੜਾ, ਇਹਨੇ ਤਕਰੀਬਨ 700-800 ਪਠਾਨ ਭਰਤੀ ਕਰਾਤਾ ਸੀ ਗੁਰੂ ਸਾਹਿਬ ਦੀ ਫੌਜ ਦੇ ਵਿੱਚ। ਤੇ ਜਦੋਂ ਲੜਾਈ ਲੱਗਣ ਲੱਗੀ ਉਹ ਕਹਿੰਦੇ ਆਪਾਂ ਭਰਾ ਨੂੰ ਭਰਾ ਕਾਹਨੂੰ ਮਾਰੇ, ਪਠਾਨ ਧੋਖਾ ਦੇ ਕੇ ਉੱਧਰ ਚਲੇ ਗਏ। ਬੁੱਧੂ ਸ਼ਾਹ ਆਪਣੇ 700 ਆਪਣੇ ਚੇਲਿਆਂ ਦੇ ਨਾਲ ਤੇ ਆਪਣੇ ਬੁੱਧੂ ਸ਼ਾਹ ਸਢੌਰੇ ਮੁੰਡੇ ਵੀ ਸੀ ਉਹਦੇ, ਜਵਾਬ ਉਹਦੇ 4 ਬੱਚੇ, 2 ਬੱਚੇ ਸ਼ਹੀਦ ਹੋ ਗਏ ਉਹਦੇ। ਤੇ ਜਦੋਂ ਗੁਰੂ ਸਾਹਿਬ ਨੇ ਉਹਨੂੰ ਕਿਹਾ ਮੰਗ ਆਪਣੇ ਬੁੱਧੂ ਜੀ, ਉਹ ਕਹਿੰਦੇ ਮੈਨੂੰ ਆਪਣੇ ਸੀਸ ਤੇ ਜਿਹੜੀ ਤੁਸੀਂ ਕੇਸ ਕੀ ਬੰਨ੍ਹਦੇ ਹੋ ਉਹ ਦੇ ਦਿਓ, ਜਿਹੜੇ ਤੁਹਾਡੇ ਕੰਗੇ 'ਚ ਵਾਲ ਨੇ ਉਹ ਦੇ ਦਿਓ। ਹੈ ਕਿਸੇ ਸਿੱਖ ਨੂੰ ਇਹ ਮਾਣ, ਪੁੱਤ ਮਰਵਾ ਕੇ ਮੰਗਿਆ ਕੀ? ਤਾਂ ਉਸ ਵੇਲੇ ਗੁਰੂ ਸਾਹਿਬ ਨੇ ਸਿੱਖਾਂ ਨੂੰ ਸੱਦਿਆ, ਉਹ ਭਲਿਓ ਮਾਨਸੋ, ਲੋਹੇ ਨਾਲ ਹੀ ਨਾ ਟੱਕਰਾਂ ਮਾਰੀ ਜਾਓ, ਸ਼ਾਸਤਰ ਵਿਦਿਆ ਆਪਣੀ ਥਾਂ, ਸ਼ਾਸਤਰ ਤੋਂ ਬਿਨਾਂ ਬੰਦੇ ਦੀ ਗਤੀ ਨਹੀਂ ਹੈ, ਤੁਸੀਂ ਪੜ੍ਹਿਆ ਕਰੋ। ਜਦ ਪੜ੍ਹਿਆ ਕਰੋ ਦੀ ਗੱਲ ਕੀਤੀ, ਉਹ ਕਹਿੰਦੀ ਕਿੱਥੇ ਪੜ੍ਹਿਆ ਕਰੀਏ, ਤੁਹਾਨੂੰ ਪਤਾ ਵੀ ਸ਼ੂਦਰਾਂ ਨੂੰ ਪੰਡਤਾਂ ਨੇੜੇ ਨਹੀਂ ਸੀ ਲੱਗਣ ਦਿੰਦੇ। ਤੇ ਜਦੋਂ ਪੜ੍ਹਨ ਲਈ ਉਹਨਾਂ ਨੇ ਕਿਹਾ ਐਂ ਕਰੋ, ਪੰਡਤ ਰਘੂਨਾਥ ਦੇ ਜਾਓ। ਪੰਡਤ ਰਘੂਨਾਥ ਦੇ ਗਏ ਤੇ ਜਦੋਂ ਉੱਥੇ ਗਏ ਉਹ 5-7 ਦਿਨ ਪੜ੍ਹਾਉਂਦਾ ਰਿਹਾ। 5-7 ਦਿਨਾਂ ਬਾਅਦ ਜਦੋਂ ਪੁੱਛੀ ਵੀ ਤੁਹਾਡੀ ਜਾਤ ਕੀ ਹੈ, ਕਿਸੇ ਨੇ ਕਿਹਾ ਮੈਂ ਕਮੋਹ ਹਾਂ, ਕੋਈ ਬਾਣੀਆ, ਕੋਈ ਜੱਟ, ਸ਼ਾਹੀ, ਨੀਂਬਾ, ਦਰਜੀ, ਕੁਛ ਇਸ ਤਰ੍ਹਾਂ ਦੀਆਂ 10-20 ਜਾਤਾਂ ਗੁਣਾਤੀਆਂ। ਉਹ ਕਹਿੰਦਾ ਨਿਕਲੋ ਮੇਰੇ ਘਰੋਂ, ਤੁਸੀਂ ਤਾਂ ਮੇਰਾ ਵੀ ਜੀਨ ਭ੍ਰਸ਼ਟ ਕਰਤਾ। ਉਹ ਜਦੋਂ ਨਿਕਲ ਗਿਆ, ਸਾਰੇ ਸਿੰਘਾਂ ਨੇ ਆ ਕੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ, ਮਹਾਰਾਜ ਸਾਡੀ ਤਾਂ ਬੜੀ ਬੇਇੱਜ਼ਤੀ ਹੋਈ।
ਫਿਰ ਗੁਰੂ ਸਾਹਿਬ ਨੇ ਅਸੀਸ ਦਿੱਤੀ ਆਪਣੇ ਸਿੱਖਾਂ ਨੂੰ, ਜਿਹੜੀ ਵਿੱਦਿਆ ਲੋਕ ਸਾਲਾਂ 'ਚ ਪੜ੍ਹਦੇ ਆ ਤੁਸੀਂ ਮਹੀਨਿਆਂ 'ਚ ਯਾਦ ਕਰੋਗੇ। ਇਹ ਪੰਡਤ ਜਿਨ ਕੋ ਤੁਮ ਸ਼ੂਦਰ ਬਤਰੈ ਹੈ, ਤਿਨ ਕੇ ਪਾਸ ਪੜ੍ਹੇ ਤੁਮ ਜੈ ਹੈ। ਉਹਨਾਂ ਦੇ ਕੋਲੇ ਜਾ ਕੇ ਵੇਦ ਪੜ੍ਹਿਆ ਕਰੋਗੇ। ਨਿਗਮਾਗਮ ਦੀ ਸਾਰੀ ਵਿੱਦਿਆ ਮੈਂ ਇਹਨਾਂ ਨੂੰ ਦੇਤੀ। ਕੁੱਲ ਦੁਨੀਆ ਦੀ ਵਿੱਦਿਆ ਮੈਂ ਆਪਣੇ ਗੁਰਾਂ ਨੂੰ ਆਪਣੇ ਸਿੱਖਾਂ ਨੂੰ ਦੇਤੀ, ਅਤੇ ਨਾਲ ਕਿਹਾ ਵੀ 5 ਸਿੰਘ ਤਿਆਰ ਹੋਵੋ। ਉਹ ਸਿੰਘਾਂ ਨੂੰ ਗਿਣਤੀਆਂ ਮਰਵਾਤੀਆਂ। ਤੁਸੀਂ ਅੱਜ ਵੀ ਦੇਖੋਗੇ ਨਿਰਮਲਿਆਂ ਦੇ ਗਿਣਤੀਆਂ ਮਾਰੀਆਂ ਹੁੰਦੀਆਂ ਨੇ, ਭਗਵੇਂ ਵੇਚਤੀਆਂ, ਲੇਕਿਨ ਉਹ ਰੋਮਾਂ ਦੀ ਬੇਅਦਬੀ ਨਹੀਂ ਕਰਦੇ। ਉਹ ਕਹਿੰਦੇ ਤੁਸੀਂ ਭਾਈ ਗੁਰਦਾਸ ਵੇਲੇ ਤੋਂ ਉੱਥੇ ਬੀਜ ਬੀਜੇ ਹੋਏ ਸੀ ਸਿੱਖੀ ਦੇ, ਬਨਾਰਸ। ਉੱਥੇ ਗਏ, 13 ਸਾਲ ਰਹੇ। 13 ਸਾਲਾਂ 'ਚ ਸੰਸਕ੍ਰਿਤ ਦੇ ਸਾਰੇ ਵਿਆਕਰਨ, ਗ੍ਰਾਮਰ ਗ੍ਰੰਥ ਪੜ੍ਹ ਕੇ ਸੰਸਕ੍ਰਿਤ ਦੇ ਵਿੱਚ ਐਡਾ ਵੱਡਾ ਖਜ਼ਾਨਾ ਨਿਰਮਲ ਸੰਪਰਦਾਇ ਕੋਲੇ। ਮੈਂ ਤਾਂ ਖੁਦ ਦੇਖਿਆ, ਮੈਂ ਮਿਲਿਆ ਵੱਡੇ ਵੱਡੇ ਸਾਧੂਆਂ ਨੂੰ, ਤੁਸੀਂ ਹੈਰਾਨ ਹੋ ਜਾਓਗੇ। ਅਸੀਂ ਤਾਂ ਹੁਣ ਕੀ ਕਹਿਣਾ, ਅਸੀਂ ਸਿੱਖ ਤਾਂ ਧੱਕਣ ਲੱਗੇ ਹੋਇਆ ਵੀ ਉਦਾਸੀ ਵੀ ਪਰੇ ਰਹਿਣ, ਨਿਰਮਲੇ ਵੀ ਪਰੇ ਰਹਿਣ, ਹਾਂਜੀ ਅਸੀਂ ਇਕੱਲੇ ਹੀ ਰਹੀਏ। ਗੁਰੂ ਸਾਹਿਬ ਨੂੰ ਸਭ ਨੂੰ ਨਾਲ ਰੱਖਦੇ ਸੀ। ਉਹਨਾਂ ਨੇ ਫਿਰ ਆਇਆਂ ਨੂੰ 10 ਵਰ ਦਿੱਤੇ ਵੀ ਤੁਹਾਡਾ ਲੰਗਰ ਕਦੇ ਖਤਮ ਨਹੀਂ ਹੋਊ, ਤੁਹਾਡੀ ਵਿੱਦਿਆ ਕਦੇ ਖਤਮ ਨਹੀਂ ਹੋਊ, ਦੁਨੀਆ ਤੁਹਾਨੂੰ ਨਮਸਕਾਰ ਕਰੂ। ਮੈਨੂੰ ਯਾਦ ਨਹੀਂ ਸਾਰੇ। ਤਾਂ ਉਸ ਪੰਥ ਨੇ ਫਿਰ ਉਸ ਵੇਲੇ ਇੱਕ ਵੱਡੀ ਗੱਲ ਜਿਹੜੀ ਧਿਆਨ ਨਾਲ ਦੇਖਣ ਵਾਲੀ ਹੈ, ਹਿੰਦੀ ਅਤੇ ਸੰਸਕ੍ਰਿਤ ਦੀ ਵਿੱਦਿਆ ਨਾਲ ਉਹਨਾਂ ਨੇ ਸਾਰੇ ਭਾਰਤ ਵਰਸ਼ ਦੇ ਵਿੱਚ ਆਪਣੀਆਂ ਕੁਟੀਆਂ ਬਣਵਾਈਆਂ ਜੀ, ਤਾਂ ਕਿ ਸਿੱਖ ਧਰਮ ਹੈ ਜਿਹੜਾ ਪੰਜਾਬ ਤੱਕ ਸੀਮਤ ਨਾ ਰਹੇ, ਪਾਕਿਸਤਾਨ ਤੱਕ, ਬੰਬੇ, ਮਦਰਾਸ, ਕਲਕੱਤਾ ਅੱਜ ਵੀ ਹੈਗੇ ਉੱਥੇ। ਕਿੱਡੀ ਦੂਰ ਅੰਦੇਸ਼ੀ ਸੀ ਗੁਰੂ ਸਾਹਿਬ ਦੀ ਵੀ ਬੰਦੇ ਪੜ੍ਹਨ ਲਿਖਣ ਬਿਨਾਂ ਚੰਗੇ ਇਨਸਾਨ ਨਹੀਂ ਬਣ ਸਕਦੇ। ਇਹ ਗੱਲਾਂ ਨੇ ਜਿਹੜੀਆਂ, ਯਾਨੀ ਮੈਂ ਸਮਝਦਾ ਹੁਣ ਤੁਸੀਂ ਦੇਖੋ ਵੀ ਗਰੀਬ ਬੱਚੇ ਨੇ, ਸਾਰੀ ਦੁਨੀਆ ਦੇ ਵਿੱਚ +2 ਤੱਕ ਪੜ੍ਹਾਈ ਮੁਫਤ ਕਰਾਈ ਜਾਂਦੀ ਹੈ। ਅਸੀਂ 6ਵੀਂ ਤੋਂ ਹੀ ਜੇਬਾਂ ਵੱਢਣ ਲੱਗ ਜਾਂਦੇ ਹਾਂ। ਇੱਕ ਪਾਸੇ ਅਸੀਂ ਤਰੱਕੀ ਕਰ ਲਈ ਬਹੁਤ, ਸਾਡੇ ਮੋਦੀ ਜੀ ਤਾਂ ਤਰੱਕੀ ਤੋਂ ਬਿਨਾਂ ਕੋਈ ਗੱਲ ਹੀ ਨਹੀਂ ਕਰਦੇ। ਲੱਖਾਂ ਲੋਕ ਮਰਨ ਤੋਂ ਬਾਅਦ ਵੀ ਉਹਨਾਂ ਨੂੰ ਚੇਤਾ ਨਹੀਂ ਹੈ ਵੀ ਲੋਕਾਂ ਦੀਆਂ ਸਮੱਸਿਆਵਾਂ ਕੀ ਨੇ, ਰੋਟੀ ਦੀ ਸਮੱਸਿਆ ਕੀ ਹੈ। ਹੁਣ ਧਰਮ ਦੀ ਗੱਲ ਮੈਂ ਤੁਹਾਨੂੰ ਕਰਨ ਲੱਗਿਆ ਵੀ ਜੇ ਸਿੱਖ ਧਰਮ ਦੀ ਲੰਗਰ ਦੀ ਪਰੰਪਰਾ ਅੱਜ ਇਤਿਹਾਸ ਦੇ ਪਿੱਛੇ ਨਾ ਖੜੀ ਹੁੰਦੀ, ਸਿੰਘੂ ਬਾਰਡਰ ਅਤੇ ਟਿਕਰੂ ਬਾਰਡਰ ਕਿਹੜੇ ਕਿਹੜੇ ਬਾਰਡਰ ਨੇ, ਇਹ 3 ਦਿਨ ਨਾ ਕੱਟ ਸਕਦੇ ਜੀ। ਹੁਣ ਤੁਸੀਂ ਸਿਰਫ ਇਸ ਕਰਕੇ ਆਪਾਂ ਇਹਨੂੰ ਨਾਮਨਜ਼ੂਰ ਕਰ ਦਈਏ ਵੀ ਧਰਮ ਨੇ ਸ਼ੁਰੂ ਕੀਤੀ ਹੈ, ਇਸ ਕਰਕੇ ਮੈਂ ਕਹਿੰਦਾ ਨਹੀਂ। ਇੱਕ ਇੱਕ ਕਤਰੇ ਵਿੱਚ ਸਨ 100 ਬਦੀਆਂ 100 ਨੇਕੀਆਂ। ਮੈਂ ਤਾਂ ਯਾਰੋ ਖੁਰ ਗਿਆ ਘੁਲ ਘੁਲ ਆਪਣੇ ਨਾਲ, ਕਿੱਥੋਂ ਕਿੱਥੋਂ ਰੱਖਣਾ ਅਤੇ ਕਿੱਥੋਂ ਕਿੱਥੋਂ ਵੱਢਣਾ। ਸਾਰਾ ਨਹੀਂ ਹਰਾਮ ਮੈਂ, ਸਾਰਾ ਨਹੀਂ ਹਲਾਲ। ਅਤੇ ਭੱਟੀ ਸਾਹਿਬ ਬਹੁਤ ਬਹੁਤ ਤੁਹਾਡਾ ਸ਼ੁਕਰੀਆ, ਕਿਉਂਕਿ ਮੇਰੀ ਕੋਸ਼ਿਸ਼ ਸੀ ਕਿ ਹੋਰ ਕਿਤਾਬਾਂ ਅਤੇ ਵਿਸ਼ਿਆਂ 'ਤੇ ਵੀ ਗੱਲਬਾਤ ਕੀਤੀ ਜਾ ਸਕੇ, ਪਰ ਫਿਲਹਾਲ ਸਮਾਂ ਹੀ ਇਜਾਜ਼ਤ ਨਹੀਂ ਦਿੰਦਾ। ਤੁਹਾਡਾ ਇਸ ਸਾਰੇ ਵਿਸ਼ੇ ਉੱਤੇ, ਸਿੱਖ ਚੇਤਨਾ ਦੇ ਉੱਤੇ ਅਤੇ ਨਾਲ ਦੀ ਨਾਲ ਕਹਿ ਦਈਏ ਮਾਰਕਸਵਾਦ ਦੇ ਕਾਵਿ ਰੂਪਾਂ ਉੱਤੇ ਗੱਲਬਾਤ ਕਰਨ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਧੰਨਵਾਦ। ਬਹੁਤ ਧੰਨਵਾਦ ਜੀ ਸਾਰੇ ਦਰਸ਼ਕਾਂ ਦਾ, ਸਰੋਤਿਆਂ ਦਾ, ਮਿੱਤਰ ਪਿਆਰਿਆਂ ਦਾ, ਜਿਨ੍ਹਾਂ ਨੇ ਮੈਨੂੰ ਸੁਣਨ ਦੇ ਲਈ ਸਮਾਂ ਦਿੱਤਾ। ਔਰ ਕਰਨਵੀਰ ਜੀ ਤੁਹਾਡਾ ਅਤੇ ਤੁਹਾਡੀ ਟੀਮ ਦਾ, ਤੁਹਾਡੇ ਚੈਨਲ ਦਾ ਮੈਂ ਇੱਕ ਵਾਰ ਫੇਰ ਸਵਾਗਤ ਵੀ ਕਰਦਾ, ਤੁਹਾਨੂੰ ਜੀ ਆਇਆਂ ਵੀ ਕਹਿਣਾ ਆਪਣੇ ਘਰ 'ਚ। ਸੋ ਅੱਜ ਦੇ ਸਾਹਿਤ ਦੇ ਸੰਗ ਪ੍ਰੋਗਰਾਮ ਦੇ ਵਿੱਚ ਗੱਲਬਾਤ ਕੀਤੀ ਸਰਜੀਤ ਸਿੰਘ ਭੱਟੀ ਜੀ ਉਹਨਾਂ ਦੇ ਨਾਲ, ਜਿਨ੍ਹਾਂ ਨੇ ਆਪਣੀ ਆਲੋਚਨਾ ਦੇ ਖੇਤਰ ਵਿੱਚ ਕਿਤਾਬਾਂ ਦੇ ਬਾਰੇ ਸਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਹੈ, ਭਾਵੇਂ ਉਹ ਸਿੱਖ ਸਿਧਾਂਤਕ ਦੀ ਗੱਲ ਹੋਵੇ, ਭਾਵੇਂ ਮਾਰਕਸਵਾਦ ਦੀ ਗੱਲ ਹੋਵੇ, ਕਿਉਂਕਿ ਬਦਲਦੇ ਵਕਤ ਦੇ ਨਾਲ ਨਾਲ ਜਿਹੜੀ ਲੋਕਾਂ ਦੀ ਸੋਚ ਹੈ ਉਹ ਬਦਲਦੀ ਜਾਂਦੀ ਹੈ। ਅਤੇ ਜੋ ਧਰਮ ਦੇ ਵਿੱਚ ਜੋ ਕਿਰਲਾਂ ਕਹੀਆਂ ਗਈਆਂ ਨੇ ਵਕਤ ਦੇ ਨਾਲ, ਲੋਕ ਕਈ ਇਸ ਨੂੰ ਅੰਧ ਵਿਸ਼ਵਾਸ ਦਾ ਰੂਪ ਵੀ ਦਿੰਦੇ ਨੇ, ਪਰ ਗੱਲ ਹੈ ਇਸ ਨੂੰ ਸਮਝਣ ਦੀ, ਕਿਉਂਕਿ ਜੋ ਇਸ ਵਿੱਚ ਚੇਤਨਾ ਕੰਮ ਕਰਦੀ ਹੈ, ਜੋ ਵਿਚਾਰ ਕੰਮ ਕਰਦੇ ਨੇ, ਉਹ ਸ਼ਾਇਦ ਗਲਤ ਨਹੀਂ ਹੁੰਦੇ, ਸਿਰਫ ਵਕਤ ਦੇ ਬਦਲਣ ਦੇ ਨਾਲ ਉਹਨਾਂ ਦੇ ਵਿੱਚ ਕੁਝ ਪਰਿਵਰਤਨ ਜ਼ਰੂਰ ਆ ਜਾਂਦੇ ਨੇ। ਸਾਹਿਤ ਰਚਨਾ ਦੀ ਗੱਲ ਕਰੀਏ ਤਾਂ ਵਕਤ ਦੇ ਬਦਲਦੇ ਦੌਰ ਦੇ ਨਾਲ ਨਾਲ ਉਸ ਦਾ ਪ੍ਰਭਾਵ ਵੀ ਜਿਹੜਾ ਉਹ ਬਦਲਦਾ ਰਹਿੰਦਾ।
ਸੋ ਗੱਲਬਾਤ ਦੇ ਵਿੱਚ ਕਾਫੀ ਜਿਹੜੀ ਜਾਣਕਾਰੀ ਹੈ ਉਹ ਸਿੱਖ ਇਤਿਹਾਸ ਤਾਰੀਖ ਦੇ ਵਿੱਚ ਸਿੱਖਿਆ ਨੂੰ ਲੈ ਕੇ ਵੀ ਕੀਤੀ। ਉਮੀਦ ਕਰਦਾ ਕਿ ਦਰਸ਼ਕਾਂ ਦੇ ਲਈ ਇਹ ਜਾਣਕਾਰੀ ਕਾਫੀ ਜ਼ਿਆਦਾ ਲਾਹੇਵੰਦ ਹੋਵੇਗੀ। ਸੋ ਇਸੇ ਤਰ੍ਹਾਂ ਇੱਕ ਨਵੇਂ ਪ੍ਰੋਗਰਾਮ ਦੇ ਵਿੱਚ ਇੱਕ ਹੋਰ ਕਲਮਕਾਰ ਦੇ ਨਾਲ, ਸਾਹਿਤਕਾਰ ਦੇ ਨਾਲ ਤੁਹਾਡੀ ਮੁਲਾਕਾਤ ਕਰਾਵਾਂਗੇ। ਜਦ ਤੱਕ ਮੈਨੂੰ ਕਰਨਵੀਰ ਸਿੰਘ ਨੂੰ ਦਿਓ ਇਜਾਜ਼ਤ। ਤੁਸੀਂ ਬਣੇ ਰਹੋ ਵਿਜ਼ਨ ਪੰਜਾਬ ਦੇ ਨਾਲ, ਹਰ ਕਦਮ ਤੁਹਾਡੇ ਨਾਲ। ਸਤਿ ਸ਼੍ਰੀ ਅਕਾਲ।